ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਰਾਜਨੀਤੀ ਤੋਂ ਮੁਕਤ ਹੋਣੀ ਚਾਹੀਦੀ ਸੀ, ਉਹ ਕਿਤੇ ਨਾ ਕਿਤੇ ਅੱਜ ਰਾਜਨੀਤੀ ਦੇ ਭਾਰ ਥੱਲੇ ਦੱਬ ਗਈ ਨਜ਼ਰ ਆਉਂਦੀ ਹੈ। ਜੇ ਸਾਡੇ ਵਰਗੇ ਕੋ ਬੋਲਦੇ ਆ ਤੇ ਉਹਨਾਂ ਦੀ ਆਵਾਜ਼ ਦੱਬ ਜਾਂਦੀ ਆ, ਅੱਗੇ ਨਹੀਂ ਜਾਂਦੀ, ਅਸਰ ਨਹੀਂ ਪਾਉਂਦੀ, ਕਿਉਂਕਿ ਸਿੱਖ ਮੰਨੀ ਬੈਠੇ ਕਿ ਸਾਡੀ ਪਾਰਟੀ ਰਾਜ ਕਰ ਰਹੀ ਹੈ। ਇਹ ਸਾਡੀ ਕੌਮ ਦੀ ਜਿਹੜੀ ਆ ਇਹ ਦੁਬਿਧਾ ਜੀ ਸੀਗੀ ਕਿ ਸਾਡੀ ਇੱਕ ਪਾਰਟੀ ਆ, ਉਧਰ ਕਾਂਗਰਸ ਆ ਜਿਹਨੇ ਸਾਡੇ ਤੇ ਜ਼ੁਲਮ ਕੀਤੇ ਆ, ਅਸੀਂ ਕਾਂਗਰਸ ਨੂੰ ਵੋਟ ਨਹੀਂ ਪਾਉਣੀ, ਸਾਡਾ ਅਕਾਲੀ ਦਲ, ਉਹ ਅਕਾਲੀ ਦਲ ਨੂੰ ਵੋਟ ਪਾਉਣੀ ਮਜਬੂਰੀ ਬਣ ਗਈ। ਇਹ ਇਹੋ ਜੀ ਪਾਰਟੀ ਸੀ ਜੇ ਮੈਂ ਬਚਪਨ 'ਚ ਦੇਖਿਆ ਮੋਹਨ ਸਿੰਘ ਤੋੜ ਵਰਗੇ ਜਦੋਂ ਪਿੰਡਾਂ 'ਚ ਕੰਪੇਨ ਕਰਨ ਜਾਂਦੇ ਸੀ ਤੇ ਬੀਬੀਆਂ ਬਨੇਰਿਆਂ ਤੇ ਬੈਠ ਕੇ ਗਾਉਂਦੀਆਂ ਹੁੰਦੀਆਂ ਸੀ, ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਇਸ ਰਿਸਪੈਕਟ ਪ੍ਰਧਾਨ ਨੂੰ ਮਿਲਦੀ ਸੀ, ਅਕਾਲੀ ਦਲ ਦੇ ਪ੍ਰਧਾਨ ਨੂੰ। ਅੱਜ ਅਕਾਲੀ ਦਲ ਦੇ ਪ੍ਰਧਾਨ ਨੂੰ ਪਾਥੀਆਂ ਪੈਂਦੀਆਂ ਮੂੰਹ ਤੇ, ਚੱਪਲਾਂ ਪੈਂਦੀਆਂ ਨੇ, ਤੋ ਕੁਕਰਮ ਇਹਨਾਂ ਦਾ। ਸਾਰੇ ਸਾਡੇ ਵਰਗੇ ਨਿਹੰਗ ਤੇ ਹੈ ਨਹੀਂ ਵੀ ਅਸੀਂ ਪਹਿਲਾਂ ਮੇਰੇ 20 ਸਾਲ 17-18 ਸਾਲ ਮੇਰੇ ਨਿਰੰਕਾਰੀਆਂ ਨਾਲ ਜਦੋਜਹਿਦ ਕਰਦਿਆਂ ਨਿਕਲਦੇ, ਹੁਣ 22-23 ਸਾਲ ਬਾਦਲ ਦੇ ਖਿਲਾਫ ਨਿਕਲ ਗਏ। ਲੇਕਿਨ ਜੋ ਕੁਛ ਮੈਂ ਕਹਿੰਦਾ ਰਿਹਾ ਅੱਜ ਇਨ ਬਿਨ ਉਸ ਤੋਂ ਕਿਤੇ ਅੱਗੇ ਜਾ ਕੇ ਸਿੱਖ ਨੇ ਉਹਨੂੰ ਸਵੀਕਾਰ ਕਰਕੇ ਉਹਦਾ ਵਿਰੋਧ ਕੀਤਾ ਬਾਦਲ ਦਾ। ਹਾਲ ਹੀ ਦੇ ਵਿੱਚ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਨੇ ਵੱਖ-ਵੱਖ ਚੈਨਲਾਂ ਤੋਂ, ਵੱਖ-ਵੱਖ ਅਖਬਾਰਾਂ ਤੋਂ ਸਾਹਮਣੇ ਆਈਆਂ ਨੇ ਕਿ ਸੌਦਾ ਸਾਧ ਨੂੰ ਜਿਹੜੀ ਉਹ ਡਰੈਸ ਦਿੱਤੀ ਸੀ ਉਹ ਸੁਖਬੀਰ ਬਾਦਲ ਵੱਲੋਂ ਗਈ ਸੀ। ਸੁਖਬੀਰ ਬਾਦਲ ਦੀ ਜਿਹੜੀ ਡਰੈਸ ਆ ਨਾ, ਉਹ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਮੁਕਾਬਲੇ ਤੇ ਉਹ ਪੈਰ ਦੀ ਜੁੱਤੀ ਆ, ਸਾਨੂੰ ਉਹਦੀ ਕੋਈ ਚਿੰਤਾ ਨਹੀਂ। ਜਿਹੜਾ ਤੁਸੀਂ ਸੌਦਾ ਸਾਧ ਦੀ ਖੁਸ਼ੀ ਲਈ ਗੁਰੂ ਨੂੰ ਕੁਰਬਾਨ ਕਰ ਦਿੱਤਾ, ਇਹ ਨਾ ਬਰਦਾਸ਼ਤ ਕਰਨ ਯੋਗ ਇੱਕ ਗਲਤੀ ਹੈ। ਤੁਸੀਂ ਖਾਧਾ ਗੁਰੂ ਰਾਮਦਾਸ ਦੇ ਦਰ ਦਾ ਭੌਂਕਦੇ ਹੋ, ਤੁਸੀਂ ਰਾਮ ਰਹੀਮ ਦੀ ਦੁਕਾਨ ਤੇ ਕਿਉਂ? ਇੱਕ ਸਟੇਟ ਦਾ ਚੀਫ ਮਿਨਿਸਟਰ ਜਿਹੜਾ ਉਹ ਦਾਅਵੇ ਨਾਲ ਕਹਿ ਸਕਦਾ ਸੈਂਟਰ ਨੂੰ ਕਿ ਮੇਰੀ ਸਟੇਟ ਦੇ ਬੱਚੇ ਆ, ਇਹਨਾਂ ਤੇ ਇਹਨਾਂ ਜ਼ੁਲਮ ਨਹੀਂ ਹੋਣਾ ਚਾਹੀਦਾ, ਜਿਹੜੀ ਸਜ਼ਾ ਉਹਨਾਂ ਨੂੰ ਭੁਗਤ ਲਈ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ? ਜੇ ਤੇ ਸਿੱਖ ਛੱਡ ਦੇਣਗੇ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਅਕਾਲੀ ਦਲ ਰਾਜ ਕਰੂਗਾ, ਤੇ ਨਹੀਂ ਤੇ ਮੈਂ ਘੱਟੋ ਘੱਟ 3-4 ਸਾਲ ਪਹਿਲਾਂ ਇਹ ਕਿਹਾ ਸੀਗਾ ਕਿ ਇਹ ਅਕਾਲੀ ਦਲ ਅਕਾਲੀ ਪੱਤਰਕਾਰ ਅਖਬਾਰ ਦੇ ਰੇਟ ਨਾਲ ਵਿਕੂਗਾ। ਅਸੀਂ ਨਾਮ ਰੱਖ ਲੈਂਦੇ ਆ ਖਾਲਸਾ ਸਕੂਲ, ਖਾਲਸਾ ਕਾਲਜ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਲੇਕਿਨ ਉਹਨਾਂ ਦੇ ਵਿੱਚ ਧਾਰਮਿਕ ਪੀਰੀਅਡ ਹੈ ਨਹੀਂ, ਕੋਈ ਧਾਰਮਿਕ ਪੀਰੀਅਡ ਨਹੀਂ ਲੱਗਦੇ ਜਿਹੜੇ ਬੱਚਿਆਂ ਨੂੰ ਆਪਣੇ ਧਰਮ ਪ੍ਰਤੀ ਸੁਚੇਤ ਕਰਨ। ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਪਿਆਰੇ ਦੋਸਤੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਉਹ ਸਿਰਮੌਰ ਸੰਸਥਾ ਜਿਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੋ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਦੀ ਹੈ। ਪਰ ਸਾਡੇ ਲਈ ਇੱਕ ਬੜੀ ਤਰਾਸਦੀ ਹੈ ਸਿੱਖ ਕੌਮ ਦੇ ਲਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਰਾਜਨੀਤੀ ਤੋਂ ਮੁਕਤ ਹੋਣੀ ਚਾਹੀਦੀ ਸੀ, ਉਹ ਕਿਤੇ ਨਾ ਕਿਤੇ ਅੱਜ ਰਾਜਨੀਤੀ ਦੇ ਭਾਰ ਥੱਲੇ ਦੱਬ ਗਈ ਨਜ਼ਰ ਆਉਂਦੀ ਹੈ। ਕਿਸੇ ਇੱਕ ਧਿਰ ਦਾ ਕਬਜ਼ਾ ਹੋ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ। ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਜਿਹੜੀ ਚੁੱਪੀ ਵੀ ਸਵਾਲ ਖੜਾ ਕਰਦੀ ਹੈ। ਤੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਜਿਹੜੀ ਵਿਚਾਰ ਚਰਚਾ ਕਰਨ ਲਈ ਅੱਜ ਸਾਡੇ ਦੇ ਨਾਲ ਖਾਸ ਤੌਰ ਤੇ ਹਾਜ਼ਰ ਨੇ ਸ਼੍ਰੋਮਣੀ ਗੁਰਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ
ਅਤੇ ਉਹਨਾਂ ਵੱਲੋਂ ਇੱਕ ਜਿਹੜੀ ਹੈਗੀ ਲਹਿਰ ਚਲਾਈ ਜਾ ਰਹੀ ਹੈ ਪੰਥਕ ਅਕਾਲੀ ਲਹਿਰ, ਜੋ ਕਿ ਸਿੱਖ ਕੌਮ ਨੂੰ ਇੱਕ ਕਿਤੇ ਨਾ ਕਿਤੇ ਜਿਹੜਾ ਇੱਕ ਵਧੀਆ ਸੰਦੇਸ਼ ਤੇ ਇੱਕ ਵਧੀਆ ਸੇਧ ਦੇਣਾ ਚਾਹੁੰਦੀ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਉੱਤੇ ਰਾਜਨੀਤੀ ਦਾ ਕਿਸੇ ਵੀ ਤਰੀਕੇ ਦਾ ਜਿਹੜਾ ਪ੍ਰਭਾਵ ਨਹੀਂ ਹੋਣਾ ਚਾਹੀਦਾ। ਇਹ ਇੱਕ ਮੁਕਤ ਸੰਸਥਾ ਹੋਣੀ ਚਾਹੀਦੀ ਹੈ ਜਿਹੜੀ ਕਿ ਵਧੀਆ ਤਰੀਕੇ ਨਾਲ ਸਿੱਖਾਂ ਨੂੰ ਇੱਕ ਸੇਧ ਦੇ ਸਕੇ। ਸੋ ਮੈਂ ਸਵਾਗਤ ਕਰਦੀ ਹਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ। ਵੈਲਕਮ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ, ਅੱਜ ਦਾ ਜੋ ਵਰਤਾਰਾ ਚੱਲ ਰਿਹਾ ਹੈ, ਬਹੁਤ ਸਮਾਂ ਪਹਿਲਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਚੁਣਾਵ ਹੋ ਜਾਣੇ ਚਾਹੀਦੇ ਸੀ, ਨਹੀਂ ਹੋਏ, ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਇੱਕ ਤਾਂ ਸੈਂਟਰ ਸਰਕਾਰ ਦੀ ਮਿਹਰਬਾਨੀ ਹੁੰਦੀ ਆ, ਇਹ ਆਪਣੇ ਸਪੋਰਟਰ ਨੂੰ ਸੱਤਾ ਦੇ ਵਿੱਚ ਜਮਾਈ ਰੱਖਣਾ ਔਰ ਉਹਦੇ ਸਹੂਲਤਾਂ ਦੇ ਅਨੁਸਾਰ ਹੀ ਇਲੈਕਸ਼ਨ ਕਰਾਉਣੇ, ਭਾਵੇਂ 17 ਸਾਲ ਬਾਅਦ ਕਰਾਉਣੇ ਪੈਣ, ਭਾਵੇਂ ਹੁਣ 12 ਸਾਲ ਹੋ ਚੁੱਕੇ ਆ ਜਿਸ ਤਰ੍ਹਾਂ, ਤੇ ਅਜੇ ਤੱਕ ਉਹ ਕੋਈ ਨਾਂ ਨਹੀਂ ਲੈ ਰਹੇ। ਤੋ ਇਹਦਾ ਜਿਹੜਾ ਜਾਂ ਇਉਂ ਕਹਿ ਲਓ ਕਿ ਸੈਂਟਰ ਸਰਕਾਰ ਦਾ ਸਿੱਖਾਂ ਨੂੰ ਪ੍ਰਬੰਧਕ ਕਮੇਟੀ ਦੀ ਰਾਹੀਂ ਗੁਲਾਮ ਰੱਖਣਾ, ਇਹ ਮੈਂ ਕਹਿ ਸਕਦਾ ਕਿ ਹੋ ਰਿਹਾ ਸਾਡੇ ਨਾਲ। ਤੇ ਇਸ ਦੇ ਨਾਲ ਹੀ ਆਪਣਾ ਗੱਲ ਕਰਾਂਗੇ ਭਾਈ ਸਾਹਿਬ, ਜਿਹੜੀ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਆ, ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਹਾਂ ਬੜੀ ਜਲਦੀ ਨੇ ਜਿਹੜੇ ਜਥੇਦਾਰ ਬਦਲ ਦਿੱਤੇ ਜਾਂਦੇ ਨੇ, ਇੱਕ ਪਾਰਟੀ ਦੇ ਸ਼ੈ ਉੱਤੇ ਹੋ ਰਿਹਾ ਹੈਗਾ, ਕੀ ਕਹੋਗੇ? ਇੱਕ ਤਾਂ ਜਥੇਦਾਰ ਅਕਾਲ ਤਖਤ ਜਿਹੜਾ ਇਹ ਮਜ਼ਾਕ ਦਾ ਵਿਸ਼ਾ ਬਣ ਗਿਆ ਅੱਜ। ਇਸ ਅਸਲ 'ਚ ਅਕਾਲ ਤਖਤ ਦੇ ਉੱਤੇ ਪੋਸਟ ਸੀ 5 ਪਿਆਰਿਆਂ ਦੀ, 5 ਸਿੰਘ ਸਾਹਿਬਾਨ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਕਿਉਂਕਿ ਪੰਥ ਤੇ ਗ੍ਰੰਥ ਦਾ ਸਿਧਾਂਤ ਹੈ। ਜਥੇਦਾਰ ਅਕਾਲ ਤਖਤ ਨੂੰ ਤੁਸੀਂ ਬੁਲਾਰਾ ਕਹਿ ਸਕਦੇ ਹੋ, ਪੰਜਾਂ ਸਿੰਘਾਂ ਦਾ। ਜਥੇਦਾਰ ਅਕਾਲ ਤਖਤ ਜਿਹੜਾ ਉਹ ਇੰਚਾਰਜ ਕਹਿ ਸਕਦੇ ਹੋ, ਲੇਕਿਨ ਇਹ 5 ਸਿੱਖਾਂ ਤੋਂ ਇਲਾਵਾ ਇਕੱਲਾ ਅਧੂਰਾ। ਇਹ ਪੋਸਟ ਜਿਹੜੀ ਆ ਇਹ ਇੱਕ ਪਾਤਸ਼ਾਹੀ ਸੀ, ਗੁਰੂ ਮਹਾਰਾਜ ਦਾ ਦਿੱਤਾ ਸਿਧਾਂਤ ਸੀ, ਜਿਹੜਾ ਦਸਮ ਪਾਤਸ਼ਾਹ ਨੇ ਨੰਦੇੜ ਦੇ ਵਿੱਚ ਸਿੱਖਾਂ ਨੂੰ ਆਖਰੀ ਸਮੇਂ ਕਿਹਾ ਕਿ ਮੈਂ ਖਾਲਸਾ ਅਕਾਲ ਕੋ ਸੌਂਪਾ, ਜੋ ਖਾਲਸੇ ਕੀ ਰਹਿਤ ਵਿਚਾਰੇਗਾ ਤਿਸਕਾ ਬੇਲੀ ਹਾਂ। ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ। ਪੰਥ ਤੋਂ ਭਾਵ 5 ਸਿੰਘ ਸਾਹਿਬਾਨ, 5 ਪਿਆਰੇ। ਉਹ 5 ਪਿਆਰਿਆਂ ਨੂੰ ਆਪਣੇ ਸਰੀਰ ਦੀ ਫਿਜ਼ੀਕਲੀ ਅਗਵਾਈ ਦੇਣ ਲਈ ਸਾਨੂੰ ਸੌਂਪਿਆ ਸੀ, ਤੇ ਆਤਮਿਕ ਅਗਵਾਈ ਗੁਰੂ ਗ੍ਰੰਥ ਸਾਹਿਬ, ਉਹਦਾ ਸਥਾਨ ਕੇਵਲ ਤੇ ਕੇਵਲ ਅਕਾਲ ਤਖਤ। ਉਹ ਅੱਜ ਇਹ ਜਿਹੜਾ ਸਿਧਾਂਤ ਆ ਉਹ ਤਕਰੀਬਨ 20 ਸਾਲ ਤੋਂ ਤੁਸੀਂ ਦੇਖ ਰਹੇ ਹੋ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਬੇਅਦਬੀ ਹੋਈ। ਗੁਰੂ ਗ੍ਰੰਥ ਸਾਹਿਬ ਬਾਰ-ਬਾਰ ਰੁਲਿਆ, ਤੇ ਸਾਡੀ ਆਪਣੀ ਸਟੇਟ 'ਚ ਰੁਲਿਆ, ਸਾਡੇ ਆਪਣੇ ਰਾਜ ਦੇ ਵਿੱਚ ਰੁਲਿਆ। ਤੇ ਜਿਹੜੇ 5 ਸਿੰਘ ਸਾਹਿਬਾਨ, ਜਿਹੜੀ 5 ਪਿਆਰਿਆਂ ਦੀ ਪ੍ਰਥਾ ਸੀ, ਉਹਨੇ ਇਹ ਸਾਬਤ ਕਰਤਾ ਕਿ ਅਸੀਂ ਨੌਕਰ ਤੋਂ ਵੱਧ ਕੁਛ ਨਹੀਂ। ਇਹ ਸਭ ਤੋਂ ਸਾਡਾ ਦੁਖਾਂਤ ਸੀ ਸਾਡੀ ਕੌਮ ਦਾ, ਜਿਹੜਾ ਇਹ ਅਸੀਂ ਕੁਛ ਅਨੁਭਵ ਸਾਨੂੰ ਮਿਲਿਆ। ਇਹਦੀ ਵਜ੍ਹਾ ਨਾਲ ਇੱਕ ਸਾਡਾ ਬਹੁਤ ਬੇਸ਼ਕੀਮਤ ਅਦਾਰਾ ਜਿਹੜਾ ਪ੍ਰਬੰਧਕ ਕਮੇਟੀ, ਉਹ ਇੱਕ ਪਾਰਟੀ ਦਾ ਨਹੀਂ, ਇੱਕ ਪਰਿਵਾਰ ਦਾ ਦਫ਼ਤਰ ਬਣ ਕੇ ਰਹਿ ਗਈ। ਉਹਦੇ ਸੁੱਖ, ਉਹਦੀਆਂ ਸਹੂਲਤਾਂ, ਉਹਦਾ ਆਨੰਦ ਜਿਹੜਾ ਉਹ ਪੂਰੀ ਸਮੁੱਚੀ ਕੌਮ ਨੂੰ, ਕਾਇਨਾਤ ਨੂੰ, ਨਾਨਕ ਨਾਮ ਲੇਵਾ ਨੂੰ ਮਿਲਣਾ ਚਾਹੀਦਾ ਸੀ, ਲੇਕਿਨ ਅੱਜ ਇੱਕ ਪਰਿਵਾਰ ਤੱਕ ਸੀਮਤ ਹੋ ਗਿਆ। ਉਹਦੀ ਗੋਲਕ ਜਿਹੜੀ ਗਰੀਬ ਬੱਚਿਆਂ ਦਾ ਮੂੰਹ ਹੋਣੀ ਚਾਹੀਦੀ ਸੀ, ਉਹਨਾਂ ਦੀ ਐਜੂਕੇਸ਼ਨ ਦਾ ਆਸਰਾ ਹੋਣੀ ਚਾਹੀਦੀ ਸੀ, ਉਹ ਅੱਜ ਪੋਲੀਟੀਕਲ ਆਪਣੇ ਆਪ ਨੂੰ ਸਥਾਪਿਤ ਕਰਨ ਲਈ, ਪੋਲੀਟੀਕਲ ਪੋਜੀਸ਼ਨ ਹਾਸਲ ਕਰਨ ਲਈ ਉਹਦਾ ਪੈਸਾ ਮਿਸਯੂਜ ਹੋਇਆ। ਉਹਦੀਆਂ ਜਾਇਦਾਦਾਂ ਖਰਾਬ ਹੋਈਆਂ, ਖੁਰੀਆਂ ਤੇ ਰੁਲੀਆਂ, ਤੇ ਉਹਨਾਂ ਦੀ ਆਮਦਨੀ ਖਤਮ ਹੋਈ। ਇੱਕ ਬੇਸਹਾਰਾ ਬੀਬੀ ਨੂੰ ਜਿਹੜਾ ਆਸਰਾ ਮਿਲਣਾ ਚਾਹੀਦਾ ਸੀ ਗੁਰੂ ਘਰ 'ਚ, ਉਹ ਨਹੀਂ ਮਿਲਿਆ। ਇੱਕ ਜਿਹੜਾ ਬਿਮਾਰ ਨੂੰ ਆਸਰਾ ਮਿਲਣਾ ਚਾਹੀਦਾ ਸੀ, ਇਲਾਜ ਫ੍ਰੀ ਹੋਵੇ, ਉਹ ਨਹੀਂ ਮਿਲਿਆ। ਇੱਕ ਯਾਤਰੂ ਨੂੰ ਇੱਕ ਆਸਰਾ ਹੋਣਾ ਚਾਹੀਦਾ ਸੀ ਕਿ ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾ ਰਿਹਾ ਅਤੇ ਮੈਨੂੰ ਰਹਿਣ ਨੂੰ, ਰਾਤ ਰਹਿਣ ਨੂੰ, ਇਸ਼ਨਾਨ ਕਰਨ ਨੂੰ ਸਹੂਲਤ ਮਿਲੇ, ਉਹ ਨਹੀਂ ਮਿਲ ਰਹੀ। ਇੱਕ ਹੋਰ ਬਹੁਤ ਜ਼ਰੂਰੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹਾਂਗੀ, ਕਿਉਂਕਿ ਸਾਡੀ ਜਿਹੜੀ ਇਹ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਇਸੇ ਨਾਲ ਹੀ ਅਕਾਲ ਤਖਤ ਸਾਹਿਬ ਉਹ ਸਥਾਨ ਆ ਜਿਸ ਦੇ ਅੱਗੇ ਨਾ ਸਿਰਫ ਸਿੱਖ ਸਗੋਂ ਹਰ ਕੌਮ ਦੇ ਜਿਹੜੇ ਲੋਕ ਨੇ ਸਜਦਾ ਕਰਦੇ ਨੇ, ਆ ਕੇ ਦਰਸ਼ਨਾਂ ਲਈ ਆਉਂਦੇ ਨੇ, ਅਤੇ ਆਪਣੀ ਤਿਲ ਫੁੱਲ ਭੇਟਾ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਆਉਂਦੀ ਆ ਉਹ ਭੇਟਾ ਕਰਦੀ ਨਹੀਂ। ਪਰ ਬਾਵਜੂਦ ਇਸ ਦੇ ਹਰ ਵਾਰੀ ਜਿਹੜਾ ਦਿਖਾਇਆ ਜਾਂਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਫੰਡ ਨੇ ਉਹ ਘਾਟੇ ਵਿੱਚ ਨੇ। ਇਹ ਅਸਲ 'ਚ ਘਾਟਾ ਸਾਡੇ ਪੋਲੀਟੀਕਲ ਲੀਡਰ ਦੀ ਵਜ੍ਹਾ ਦਾ, ਪਰਿਵਾਰ ਨੂੰ ਘਾਟਾ ਪੈ ਰਿਹਾ, ਉਹ ਇੱਥੋਂ ਪੂਰਾ ਹੋ ਰਿਹਾ। ਇਹਦੇ ਵਿੱਚ ਪੈਸੇ ਖਾਣ ਦੇ ਢੰਗ ਬੜੇ ਅਲੱਗ-ਅਲੱਗ ਨੇ। ਇੱਕ ਤਾਂ ਗੁਰੂ ਦੀ ਗੋਲਕ, ਇੱਕ ਵਿਦਿਅਕ ਅਦਾਰੇ, ਇੱਕ ਇਹਦੇ ਵਿੱਚ ਟਰਸਟ ਬਣੇ ਨੇ।
ਗੁਰੂ ਰਾਮਦਾਸ ਚੈਰੀਟੇਬਲ ਟਰਸਟ, ਮੈਡੀਕਲ ਕਾਲਜ, ਡੈਂਟਲ ਕਾਲਜ, ਗੁਰੂ ਰਾਮਦਾਸ ਹਸਪੀਟਲ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਮੀਰੀ ਪੀਰੀ ਅਕੈਡਮੀ, ਇਹ ਟਰਸਟ ਜਿਹੜੇ ਨੇ ਗੁਰੂ ਸਾਹਿਬ ਦੇ ਘੱਟ ਨੇ, ਵਿਅਕਤੀਗਤ ਲੀਡਰਾਂ ਦੇ ਜ਼ਿਆਦਾ ਨੇ। ਕਿਉਂਕਿ ਜ਼ਮੀਨਾਂ ਗੁਰੂ ਦੀਆਂ ਲੀਜ਼ 'ਤੇ ਲੈ ਲਈਆਂ ਲੀਡਰ ਨੇ, ਪੈਸਾ ਲੱਗ ਗਿਆ ਪ੍ਰਬੰਧਕ ਕਮੇਟੀ ਦਾ, ਦਿਖਾਵੇ ਲਈ ਸੰਗਤ ਨੂੰ ਗੁਰੂ ਦੇ, ਪ੍ਰਬੰਧਕ ਕਮੇਟੀ ਦੇ, ਲੇਕਿਨ ਇਹਦਾ ਮੁਨਾਫਾ ਅਤੇ ਜਿਹੜਾ ਸਿੱਧਾ ਪੈਸਾ ਆਉਂਦਾ NRI ਦਾ ਕੋਟਾ ਉਹ ਸਾਰੇ ਜੇਬ 'ਚ ਜਾਂਦੇ ਆ। ਜਦੋਂ ਘਾਟਾ ਪੈਂਦਾ ਉਦੋਂ ਦਰਬਾਰ ਸਾਹਿਬ ਦੇ ਖਾਤੇ 'ਚੋਂ ਕਰੋੜ ਰੁਪਈਆ ਉਧਰ ਪਾ ਲੈਂਦੇ ਨੇ ਕਿ ਇਸ ਅਦਾਰੇ ਨੂੰ ਘਾਟਾ ਪੈ ਗਿਆ ਅਤੇ 2 ਕਰੋੜ ਪਾ ਦਿੱਤਾ ਜਾਵੇ, 1 ਕਰੋੜ ਪਾ ਦਿੱਤਾ ਜਾਵੇ। ਤਾਂ ਇਹਦਾ ਆਮ ਸਿੱਖ ਨੂੰ ਪਤਾ ਨਹੀਂ, ਇਹ ਸਾਨੂੰ ਘੁਣ ਬਣ ਕੇ ਲੱਗਾ ਹੋਇਆ ਇਹ ਲੀਡਰ ਦਾ ਸਰਾਪ ਜਿਹੜਾ ਇਹ ਉਹਨਾਂ ਦੀ ਪਾਲਿਸੀ ਜਿਹੜੀ ਆ। ਅਸੀਂ ਆਪਣੇ ਬੱਚਿਆਂ ਨੂੰ ਇਹਦਾ ਸੁੱਖ ਨਹੀਂ ਦੇ ਪਾ ਰਹੇ। ਜਥੇਦਾਰ ਸਾਹਿਬ, ਤੁਸੀਂ ਜਿਹੜਾ ਹੈਗਾ ਇਹਦੇ ਵਿੱਚ ਰਹੇ ਹੋਗੇ ਬਤੌਰ ਜਿਹੜਾ ਜਥੇਦਾਰ ਆਪਣੀ ਸੇਵਾ ਨਿਭਾਈ ਹੈ, ਅਤੇ ਤੁਸੀਂ ਬੜੀ ਨੇੜਤਾ ਦੇ ਨਾਲ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਵਾਚਿਆ ਹੈ, ਦੇਖਿਆ ਹੈਗਾ, ਅਤੇ ਬਹੁਤ ਵਾਰੀ ਜਿਹੜੇ ਲੰਗਰ ਦੇ ਪ੍ਰਬੰਧਾਂ 'ਤੇ ਵੀ ਜਿਹੜੇ ਨੇ ਸਵਾਲ ਉੱਠਦੇ ਰਹਿੰਦੇ ਨੇ। ਕਹਿੰਦੇ ਨੇ ਕਿ ਲੰਗਰ ਦੇ ਵਿੱਚ ਵੀ ਜਿਹੜੀ ਖਰੀਦੋ ਫਰੋਖਤ ਕੀਤੀ ਜਾਂਦੀ ਹੈਗੀ ਅਤੇ ਉਹਦੇ ਵਿੱਚ ਵੀ ਬੜੇ ਘਪਲੇ ਹੁੰਦੇ ਨੇ, ਕੀ ਕਹੋਗੇ? ਇੱਕ ਤਾਂ ਤੁਹਾਡੇ ਸਾਹਮਣੇ ਹੁਣੇ ਹੀ ਇੱਕ ਫੈਸਲਾ ਸੀਗਾ ਪ੍ਰਬੰਧਕ ਕਮੇਟੀ ਦਾ ਕਿ ਘਿਓ ਜਿਹੜਾ ਉਹ ਵੇਰਕੇ ਡੇਅਰੀ ਤੋਂ ਨਹੀਂ ਲੈਣਾ, ਪੂਨੇ ਤੋਂ ਜਾ ਕੇ ਲੈਣਾ। ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹਦੇ ਵਿੱਚ ਜਿਹੜਾ ਘਿਓ ਜਿਹੜਾ ਤੁਸੀਂ ਦੁੱਧ ਤੋਂ ਬਣਾਓ ਅਤੇ ਉਹਦਾ ਇੰਨਾ ਜ਼ਿਆਦਾ ਮਾਰਜਨ ਨਹੀਂ ਹੁੰਦਾ ਕਿ ਤੁਸੀਂ ਪੂਨੇ ਤੋਂ ਲੈ ਕੇ ਆਓ ਅਤੇ ਸਸਤਾ ਪਵੇ, ਅਤੇ ਵੇਰਕਾ ਜਿਹੜਾ 5 ਕਿਲੋਮੀਟਰ ਦੂਰ ਆ ਹਰਿਮੰਦਰ ਸਾਹਿਬ ਤੋਂ, ਉੱਥੋਂ ਜ਼ਿਆਦਾ ਮਹਿੰਗਾ ਪਵੇ। ਤੋ ਵੇਰਕਾ ਡੇਅਰੀ ਜਿਹੜੀ ਆ ਇਹ ਸਰਕਾਰੀ ਡੇਅਰੀ ਆ, ਇਹਦੇ ਵਿੱਚ ਬਾਰਗੇਨਿੰਗ ਨਹੀਂ ਹੁੰਦੀ। ਅਫਸਰ ਇਹਦੇ ਵਿੱਚ ਇਹ ਨਹੀਂ ਕਰ ਸਕਦੇ ਕਿ ਬਿੱਲ ਬਣਾਤਾ ਜ਼ਿਆਦਾ, ਘਿਓ ਦੇਤਾ ਘੱਟ। ਅਫਸਰ ਇਹ 'ਚ ਇਹ ਨਹੀਂ ਕਰ ਸਕਦੇ 2 ਟਰੱਕ ਬਿੱਲ ਆ ਗਿਆ 2 ਟਰੱਕ ਦਾ, ਲੇਕਿਨ 1 ਟਰੱਕ ਚਲੇ ਗਿਆ, 1 ਟਰੱਕ ਦੇ ਪੈਸੇ ਆ ਗਏ ਅਤੇ ਫਿਰ ਵਾਪਸ ਕਰਤੇ। ਇਹ ਧੰਦਾ ਜਿਹੜਾ ਇਹਨਾਂ ਨੇ ਅੱਜ ਸਪਸ਼ਟ ਕਰਤਾ, ਪੂਨੇ ਦੀ ਇੱਕ ਇੰਡਸਟਰੀ ਤੋਂ ਘਿਓ ਲੈ ਕੇ, ਜਿਹੜੀ ਇੰਡਸਟਰੀ ਦੀ ਇਹ ਬਦਨਾਮੀ ਆ ਕਿ ਉਹ ਪਾਲਮੋਲੀਨ ਇੱਥੋਂ ਮਲੇਸ਼ੀਆ ਤੋਂ ਖਰੀਦੀ ਆ ਅਤੇ ਉਹਦਾ ਘਿਓ ਬਣਾ ਕੇ ਸਾਨੂੰ ਦਿੰਦੀ ਹੈ। ਇਹ ਖਿਲਵਾੜ ਕਰਦੇ ਨੇ ਸੰਗਤ ਨਾਲ, ਗੁਰੂ ਦੀ ਸੰਗਤ ਨਾਲ, ਗੁਰੂ ਦੇ ਪੈਸੇ ਨਾਲ, ਅਤੇ ਧੰਦਾ ਕਰਦੇ ਨੇ ਆਪਣਾ। ਪਹਿਲਾਂ ਵੀ ਮੈਂ ਇਹ ਦੱਸ ਚੁੱਕਾ ਆਪਣੇ ਕਈ ਵਾਰੀ ਇੰਟਰਵਿਊ ਦੇ ਵਿੱਚ ਕਿ ਪਹਿਲਾਂ ਉੱਤਰਾਖੰਡ ਤੋਂ ਮੰਗਾਉਂਦੇ ਰਹੇ, ਉੱਤਰਾਖੰਡ ਤੋਂ ਬਿੱਲ ਤਿਆਰ ਆ 2 ਟਰੱਕਾਂ ਦਾ, ਪੈਸੇ ਜਾ ਰਹੇ ਨੇ 2 ਟਰੱਕਾਂ ਦੇ, ਟਰੱਕ ਇੱਕ ਆ ਰਿਹਾ। ਤੇ ਇਸੇ ਤਰ੍ਹਾਂ ਹਰ ਇੱਕ ਦਾਲਾਂ 'ਚੋਂ ਕਮਿਸ਼ਨ, ਜਿਹੜੇ ਉੱਥੇ ਲਾਂਗਰੀ ਰੱਖਣੇ ਨੇ ਉਹ ਪੱਕੇ ਨਹੀਂ ਰੱਖੇ ਜਾਂਦੇ। ਸਾਡੀਆਂ ਪਿੰਡਾਂ 'ਚ ਬੀਬੀਆਂ, ਵਿਧਵਾ ਬੀਬੀਆਂ, ਬੇਸਹਾਰਾ ਬੀਬੀਆਂ ਮਜ਼ਦੂਰੀ ਕਰਦੀਆਂ ਨੇ, ਉਹਨਾਂ ਨੂੰ ਪੱਕੀ ਨੌਕਰੀ ਨਹੀਂ ਦਿੱਤੀ ਜਾਂਦੀ, ਜਿਨ੍ਹਾਂ ਨੂੰ ਸਾਡੀ ਮਰਿਆਦਾ ਦਾ ਪਤਾ ਹੈ, ਲੇਕਿਨ ਭਈਏ ਲਿਆ ਕੇ ਰੋਟੀਆਂ ਪਕਾਉਂਦੇ ਨੇ। ਤੋ ਭਈਆ ਜਦੋਂ 100 ਭਈਆ ਲਿਆਉਂਦੇ ਨੇ ਅਤੇ ਉਹਦਾ 1000 ਦੀ ਦਿਹਾੜੀ ਪਾ ਦਿੰਦੇ ਨੇ ਕਿ ਬਹੁਤ ਸੰਗਤ ਆਈ, ਇੰਨੇ ਬੰਦੇ ਦਿਹਾੜੀ 'ਤੇ ਲਾਏ, ਅਤੇ ਉਹਦੀ ਦਿਹਾੜੀ ਮੈਨੇਜਰ ਪਾ ਕੇ ਅਤੇ ਜੇਬ ਭਰ ਕੇ ਗਾਂਹ ਜਾਂਦੇ। ਇਹਦੇ ਵਿੱਚ ਪ੍ਰਬੰਧਕ ਕਮੇਟੀ ਦਾ ਸਿਖਰ ਆ, ਨਗਾਰ ਦਾ ਸਿਖਰ ਆ। ਨਹੀਂ ਤੇ ਇੱਕ ਸਾਡੇ ਕੋਲ ਕੋਈ ਚੀਜ਼ ਹੈਗੀ ਆ ਅਤੇ ਉਹ ਲੰਗਰ ਅਤੇ ਪੰਗਤ ਹੈ। ਜਿਹੜੀ ਗੋਇੰਦਵਾਲ ਸਾਹਿਬ ਤੋਂ ਸਾਨੂੰ ਇੱਕ ਸੁਨੇਹਾ ਮਿਲਦਾ, ਕਿਤੇ ਅਕਬਰ ਬਾਦਸ਼ਾਹ ਨੰਗੇ ਸ਼ੇਰਸ਼ਾਹ ਸੂਰੀ ਮਾਰਦੇ ਰਾਹੀਂ, ਅਤੇ ਉਹ ਲੰਗਰ 'ਚ ਪਹਿਲਾਂ ਪੰਗਤ 'ਚ ਬੈਠ ਕੇ ਲੰਗਰ ਛਕ ਕੇ ਜਾਂਦਾ। ਤੋ ਮਹਾਰਾਜਾ ਰਣਜੀਤ ਸਿੰਘ ਆਉਂਦਾ ਬਾਬਾ ਵੀਰ ਸਿੰਘ ਦੇ ਡੇਰੇ, ਅਤੇ ਉੱਥੇ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਸੰਗਤ 'ਚ ਪ੍ਰਸ਼ਾਦਾ ਛਕ ਕੇ ਫਿਰ। ਤੋ ਪੰਗਤ ਅਤੇ ਸੰਗਤ ਦਾ ਮਹਾਤਮ ਖਾਸ ਕਰਕੇ ਸਾਨੂੰ ਗੁਰੂ ਸਾਹਿਬ ਨੇ ਜਿਹੜਾ ਲੰਗਰ ਦਾ ਅਰੇਂਜ ਕਰਨ ਲਈ ਹੁਕਮ ਕੀਤੇ ਨੇ, ਉਹ ਬੜੇ ਤਕੜੇ ਨੇ, ਅਤੇ ਜਿਨ੍ਹਾਂ 'ਚ ਕਿਸੇ ਨੂੰ ਬਿਮਾਰੀ ਦਾ ਡਰ ਨਹੀਂ, ਸੁੱਚਮ ਇੰਨੀ ਆ, ਇੰਨੀ ਸੁੱਚ ਰੱਖੀ ਆ। ਪਰ ਅੱਜ ਭਈਏ ਜਦੋਂ ਰੋਟੀਆਂ ਬਣਾਉਂਦੇ ਨੇ ਅਤੇ ਭਈਆਂ ਦਾ ਰਹਿਣ ਸਹਿਣ ਕੀ ਆ ਜਾਂ ਉਹਨਾਂ ਦੀ ਮਰਿਆਦਾ ਕੀ ਆ, ਇਹ ਤੁਸੀਂ ਆਪ ਜਾਣਦੇ ਹੋ। ਪਰ ਸਾਡੀ ਪ੍ਰਬੰਧਕ ਕਮੇਟੀ ਦਾ, ਉਹਦੇ ਜਿਹੜੇ ਪ੍ਰਬੰਧਕ ਨੇ ਜਾਂ ਮੈਨੇਜਰ ਨੇ, ਉਹਨਾਂ ਦੀ ਸਿਹਤ 'ਤੇ ਦਾ ਕੋਈ ਅਸਰ ਨਹੀਂ। ਭਾਈ ਸਾਹਿਬ, ਕਹਿਣਾ ਬਣਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਉਹਨੂੰ ਚਲਾਉਣਾ ਤਾਂ ਉਹਨੂੰ ਸਹੀ ਤਰੀਕੇ ਨਾਲ ਚਾਹੀਦਾ ਸੀ, ਲੇਕਿਨ ਧਾਂਦਲੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਹੜੇ ਚਲਾਉਣ ਵਾਲੇ ਇਹਦੇ ਹੈਗੇ ਨੇ, ਕਿਤੇ ਨਾ ਕਿਤੇ ਆਪਣੇ ਜਿਹੜੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਨੇੜਤਾ ਹੈ, ਵੀ ਕਿਤੇ ਨਾ ਕਿਤੇ ਕਮਿਸ਼ਨ ਆ ਜਾਵੇ, ਉਸ ਮਨੋਰਥ ਦੇ ਨਾਲ ਜਿਹੜੀ ਹੈਗੇ ਉਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਹੁਣ ਤੁਸੀਂ ਜਿਹੜਾ 3 ਸਾਲਾਂ ਤੋਂ ਜਿਹੜੀ ਤੁਹਾਡੇ ਵੱਲੋਂ ਜਿਹੜੀ ਪੰਥਕ ਅਕਾਲੀ ਲਹਿਰ ਨੂੰ ਜਿਹੜਾ ਲਿਆਂਦਾ ਗਿਆ ਹੈਗਾ, ਮਨੋਰਥ ਕੀ ਆ ਖਾਸ? ਇਹਦਾ ਮਨੋਰਥ ਇਹੀ ਆ ਕਿ ਇੱਕ ਤਾਂ ਸਾਡੀ ਰੀਝ ਇਹ ਆ ਕਿ
ਗੁਰੂ ਨਾਨਕ ਨੇ ਸਾਨੂੰ ਸਿੱਖ ਬਣਾਇਆ ਸੀ, ਸਟੂਡੈਂਟ ਬਣਾਇਆ ਸੀ, ਤੇ ਅਸੀਂ ਸਿੱਖ ਬਣ ਕੇ ਉਹਦੀ ਛਤਰ ਛਾਇਆ ਹੇਠ ਰਹੀਏ, ਜੀਵਨ ਜਾਚ ਲਈਏ, ਆਪਣੀ ਇਸ ਮਨੁੱਖਾ ਜ਼ਿੰਦਗੀ ਨੂੰ ਬੇਸ਼ਕੀਮਤ ਇੱਕ ਜਨਮ ਨੂੰ ਸਫਲ ਕਰਨ ਲਈ ਗੁਰੂ ਦਾ ਆਸਰਾ ਲਈਏ। ਨੰਬਰ 2 ਤੇ ਜਦੋਂ ਅਸੀਂ ਗੁਰੂ ਘਰ 'ਚ ਜਾਈਏ ਸਾਨੂੰ ਇਹ ਅਹਿਸਾਸ ਹੋਵੇ, ਇਹ ਸਾਨੂੰ ਪਤਾ ਹੋਵੇ, ਮਹਿਸੂਸ ਹੋਵੇ ਕਿ ਅਸੀਂ ਆਪਣੇ ਗੁਰਪਿਤਾ ਦੇ ਘਰ ਆਏ। ਇੱਥੇ ਸਾਡੇ ਲਈ ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ। ਇੱਥੇ ਜਦੋਂ ਅਸੀਂ ਪੰਗਤ 'ਚ ਬਹਿੰਦੇ ਹਾਂ ਸਾਡੇ ਨਾਲ ਕੋਈ ਕਰੋੜਪਤੀ ਬੈਠ ਸਕਦਾ ਹੈ, ਅਤੇ ਜਿਹੜਾ ਨਾਲ ਬੈਠਾ ਉਹ ਹੋ ਸਕਦਾ ਕਿ ਉਹਨੂੰ ਮਹੀਨੇ ਦੀ 100 ਰੁਪਏ ਵੀ ਆਮਦਨ ਨਾ ਹੋਵੇ। ਉਹ ਬਰਾਬਰ ਮਾਣ ਕਰਦਾ ਹੈ ਕਿ ਮੈਂ ਇਸ ਜਗ੍ਹਾ ਦਾ, ਇਸ ਘਰ ਦਾ, ਇਸ ਦਰ ਦਾ ਵਾਰਸ ਹਾਂ, ਅਤੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਨੇ, ਗੁਰੂ ਨਾਨਕ ਨੇ, ਇੱਥੇ ਮੇਰੇ ਨਾਲ ਭੇਦਭਾਵ ਨਹੀਂ ਹੋ ਸਕਦਾ। ਤੋ ਇਹ ਅਸੀਂ ਨਿਜ਼ਾਮ ਉੱਥੇ ਲਿਆਉਣਾ ਚਾਹੁੰਦੇ ਹਾਂ। ਦੂਸਰਾ ਅਸੀਂ ਚਾਹੁੰਦੇ ਹਾਂ ਕਿ ਪ੍ਰਬੰਧਕ ਕਮੇਟੀ ਵਿੱਚ ਗੁਰੂ ਤੋਂ ਵਰਸਾਈ ਜਿਹੜੀ ਕਾਰ ਸੇਵਾ ਉਹ ਚੱਲਦੀ ਰਹੇ, ਜਿਹੜੀ ਅੱਜ ਠੇਕੇਦਾਰੀ ਦੇ ਸਿਸਟਮ 'ਚ ਬਦਲ ਗਈ। ਇੱਕ ਅਸੀਂ ਸੋਚਦੇ ਹਾਂ ਕਿ ਸਾਡੀ ਕੌਮ ਦੇ ਵਿੱਚ ਵੱਡੇ ਵੱਡੇ ਅਹੁਦਿਆਂ 'ਤੇ ਰਹਿ ਚੁੱਕੇ 58 ਸਾਲ ਤੋਂ ਬਾਅਦ ਰਿਟਾਇਰ ਹੋ ਜਾਂਦੇ ਨੇ ਸਿੱਖ, ਅਸੀਂ ਉਹਨਾਂ ਦੀਆਂ ਸੇਵਾਵਾਂ ਲਈਏ। ਅਸੀਂ ਬਕਾਇਦਾ ਇੱਕ ਸਿਸਟਮ ਦੇ ਨਾਲ ਆਵਾਜ਼ ਦਈਏ ਕਿ 1 ਸਾਲ ਲਈ, 2 ਸਾਲ ਲਈ, 5 ਸਾਲ ਲਈ, 6 ਮਹੀਨੇ ਲਈ ਕੋਈ ਸਿੱਖ ਸੇਵਾ ਕਰਨੀ ਚਾਹੁੰਦਾ ਕਿਸੇ ਮੁਕਾਮ 'ਤੇ, ਤੋ ਹਰੇਕ ਸਿੱਖ ਜਿਹੜਾ ਸਰਕਾਰ ਦੇ ਵਿੱਚ ਜਿਹਦੀ ਜ਼ਰੂਰਤ ਹੈ ਉਹਦੀ ਪ੍ਰਬੰਧਕ ਕਮੇਟੀ 'ਚ ਵੀ ਓਨੀ ਜ਼ਰੂਰਤ ਹੈ। ਉਹਦੇ ਅਧਿਐਨ ਦੀ, ਉਹਦੇ ਤਜਰਬੇ ਦੀ ਵੀ ਓਨੀ ਜ਼ਰੂਰਤ ਹੈ। ਫਿਰ ਉਹਦਾ ਜ਼ਿੰਦਗੀ ਦਾ ਤਜਰਬਾ ਜਿਹੜਾ ਇੱਥੇ ਸਾਨੂੰ ਬੜਾ ਬਾਖੂਬੀ ਕੰਮ ਦਿੰਦਾ। ਤੋ ਅਸੀਂ ਉਹਨੂੰ ਮੌਕਾ ਦਈਏ ਕਿ ਤੂੰ ਆਪਣੀ ਪੈਨਸ਼ਨ ਲੈਣਾ ਹੈ, ਤੈਨੂੰ ਰਹਿਣ ਨੂੰ ਥਾਂ ਦੇਵਾਂਗੇ, ਜੇ ਪੈਸਿਆਂ ਦੀ ਲੋੜ ਹੈ ਜੇਬ ਖਰਚੇ ਦੀ ਉਹ ਵੀ ਦੇਵਾਂਗੇ, ਫਿਰ ਤੂੰ ਸੇਵਾ ਕਰ ਆ ਕੇ। ਉਹਦੇ ਵਿੱਚ ਸਾਨੂੰ ਇਹ ਹੁੰਦਾ ਹੈ ਕਿ ਇੱਕ ਤਾਂ ਸਾਡੇ ਪੈਸੇ ਬਚਣਗੇ, ਇੱਕ ਕਰਪਸ਼ਨ ਘਟੂਗੀ। ਇੱਕ ਕੋਈ ਸਿੱਖ ਨਹੀਂ ਕਹੂਗਾ ਕਿ ਮੈਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਾਂ, ਮੈਂ ਕਾਂਗਰਸ ਨਾਲ ਸੰਬੰਧਿਤ ਹਾਂ, ਮੈਂ ਅਕਾਲੀ ਦਲ ਨਾਲ ਸੰਬੰਧਿਤ ਹਾਂ, ਮੈਂ ਬਸਪਾ ਨਾਲ ਸੰਬੰਧਿਤ ਹਾਂ। ਸਿੱਖ ਦਾ ਮਤਲਬ ਸਿੱਖ। ਤੋ ਅਸੀਂ ਚਾਹੁੰਦੇ ਜਿਹੜਾ ਸਿੱਖ ਆ ਐਜ ਸਿੱਖ ਧਾਰਮਿਕ ਭਾਵਨਾ, ਧਾਰਮਿਕ ਸੇਵਾ, ਧਾਰਮਿਕ ਸਪੋਰਟ ਸਾਨੂੰ ਦੇਵੇ ਪੰਥਕ ਅਕਾਲੀ ਲਹਿਰ ਨੂੰ, ਅਤੇ ਪੰਥਕ ਅਕਾਲੀ ਲਹਿਰ ਉਹਨਾਂ ਨੂੰ ਵਚਨ ਦੇਊਗੀ ਕਿ ਅਸੀਂ ਧਾਰਮਿਕ ਖੇਤਰ ਤੱਕ ਹੀ ਸੀਮਿਤ ਰਹਾਂਗੇ, ਤੁਹਾਡੇ ਸੇਵਾਦਾਰ ਬਣ ਕੇ ਰਹਾਂਗੇ। ਭਾਈ ਸਾਹਿਬ ਤੁਸੀਂ ਕਿਹਾ ਕਿ ਧਾਰਮਿਕ ਖੇਤਰ ਦਾ ਕੀ ਇੱਕ ਜਿਹੜਾ ਸਿੱਖ ਹੈਗਾ, ਇੱਕ ਨਿਮਾਣਾ ਸਿੱਖ ਗੁਰੂ ਦੇ ਘਰ ਦੇ ਅੱਗੇ ਜਿਹੜਾ ਹੈਗਾ ਆਪਣਾ ਸਜਦਾ ਕਰੇਗਾ ਤਾਂ ਉਹਨੂੰ ਰੱਖਿਆ ਜਾਵੇਗਾ, ਲੇਕਿਨ ਇਸ ਗੱਲ ਤੋਂ ਅਸੀਂ ਮੁਨੱਕਰ ਨਹੀਂ ਹੋ ਸਕਦੇ ਕਿ ਅਸੀਂ ਪਿਛਲੇ ਸਮਿਆਂ ਦੇ ਵਿੱਚ ਵੀ ਦੇਖੀਏ ਤੇ ਰਾਜਨੀਤੀ ਤੇ ਧਰਮ ਦਾ ਜਿਹੜਾ ਹੈਗਾ ਬੜਾ ਡੂੰਘਾ ਸੰਬੰਧ ਆ, ਇਹਨੂੰ ਕਿਵੇਂ ਅਲੱਗ ਕਰੋਗੇ? ਬੜਾ ਔਖਾ ਹੈ, ਮੁਸ਼ਕਿਲ ਹੈ। ਇਹ 100 ਸਾਲ ਤੋਂ ਇੱਕੋ ਹੀ ਪਾਰਟੀ ਉੱਥੇ ਕਾਬਜ਼ ਰਹੀ ਹੈ। ਉਸ ਪਾਰਟੀ ਨੇ ਅਕਾਲ ਤਖਤ ਨੂੰ, ਉਹਦੀ ਪ੍ਰਭਤਾ ਨੂੰ, ਉਹਦੇ ਸਿਧਾਂਤ ਨੂੰ ਦੱਬ ਕੇ ਰੱਖਿਆ, ਕਿਉਂਕਿ ਉਹ ਮਾਲਕ ਆ, ਅਤੇ ਮਾਲਕ ਦਾ ਜ਼ਿਆਦਾ ਮਤਲਬ ਆ ਕਿ ਉੱਥੇ ਪੰਥ ਅਤੇ ਗ੍ਰੰਥ ਦਾ ਸਿਧਾਂਤ ਜਿਹੜਾ ਲੀਡਰ ਬਣ ਗਿਆ ਅਤੇ ਅਸੀਂ ਪਰਜਾ 'ਚ ਆ ਜਾਵਾਂਗੇ, ਫਿਰ ਸਾਡਾ ਹੁਕਮ ਨਹੀਂ ਚੱਲੂਗਾ, ਸਾਡੇ ਬੱਚੇ ਨਹੀਂ ਪਲਣਗੇ, ਸਾਡੇ ਬੱਚੇ ਲੀਡਰ ਨਹੀਂ ਬਣਨਗੇ। ਉੱਥੇ ਫਿਰ ਸੇਵਕ ਕੋ ਸੇਵਾ ਬਣਾਈ, ਸੇਵਕ ਨੂੰ ਸੇਵਾ ਮਿਲੂਗੀ, ਪੱਖਪਾਤ ਨਹੀਂ ਹੋਊਗਾ। ਤੋ ਇੱਕ ਅਕਾਲ ਤਖਤ ਨੂੰ ਜਿਹੜਾ ਦਬਾ ਕੇ ਰੱਖਣਾ ਇਹ ਇੱਕ ਚਾਲ ਆ। 5 ਪਿਆਰਿਆਂ ਨੂੰ ਆਪਣਾ ਨੌਕਰ ਬਣਾ ਕੇ ਕੋਠੀ ਬੁਲਾਉਣਾ ਕਿ ਰਾਮ ਰਹੀਮ ਨੂੰ ਕਲੀਨ ਚਿੱਟ ਦੇਣ ਲਈ ਸਾਈਨ ਕਰੋ, ਉਹਨੂੰ ਕਲੀਨ ਚਿੱਟ ਦਿਓ ਅਤੇ ਉਹ ਸਾਈਨ ਕਰਨ, ਅਤੇ ਇਹ ਪ੍ਰਤੀਕ ਹੈ ਇਸ ਗੱਲ ਦਾ ਕਿ 5 ਪਿਆਰੇ ਜਿਹੜੇ ਗੁਰੂ ਸਾਹਿਬ ਦੇ ਨਹੀਂ ਰਹੇ, ਉਹ ਇੱਕ ਵਿਅਕਤੀ ਦੇ ਹੋ ਗਏ, ਇੱਕ ਲੀਡਰ ਦੇ ਹੋ ਗਏ। ਉਹ ਕੌਮ ਨਾਲ ਫਰਾਡ, ਉਹ ਕੌਮ ਨਾਲ ਧੋਖਾ, ਅਕਾਲ ਤਖਤ ਨਾਲ ਗਦਾਰੀ। ਇੱਥੇ ਇੱਕ ਬਹੁਤ ਅਹਿਮ ਸਵਾਲ ਸਿੰਘ ਸਾਹਿਬ ਕਿ ਤੁਸੀਂ ਕਹਿ ਦਿੱਤਾ ਕਿ 5 ਪਿਆਰੇ ਨੌਕਰ ਬਣ ਗਏ, ਜਥੇਦਾਰ ਸਾਹਿਬ ਹੱਥਾਂ ਦੀ ਜਿਹੜਾ ਕਠਪੁਤਲੀ ਬਣ ਗਿਆ, ਅਤੇ ਕੇਂਦਰ ਸਰਕਾਰ ਚੁੱਪ ਹੈ। ਮੌਜੂਦਾ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਆ ਉਹ ਵੀ ਇਹਦੇ ਲਈ ਜਿਹੜੀ ਕੋਈ ਹੱਲ ਨਹੀਂ ਕੱਢ ਪਾ ਰਹੀ ਕਿ ਇਸ ਨੂੰ ਜਿਹੜਾ ਮੁਕਤ ਕਰ ਦਿੱਤਾ ਜਾਵੇ। ਅਤੇ ਤੁਹਾਨੂੰ ਕੀ ਲੱਗਦਾ ਕਿ ਇਸ ਚੀਜ਼ ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਧਿਰ ਦੇ ਕਬਜ਼ੇ ਵਿੱਚੋਂ ਮੁਕਤ ਕਰਨਾ ਆਸਾਨ ਹੋਵੇਗਾ? ਇੱਕ ਤਾਂ ਇਹੀ ਵਜ੍ਹਾ ਹੈ ਕਿ ਜਦੋਂ ਕੋਈ ਦਖਲਅੰਦਾਜ਼ੀ ਕਰਦਾ ਹੈ ਜਾਂ ਆਰੋਪ ਲਾਉਂਦਾ ਹੈ ਜਾਂ ਹਿਸਾਬ ਮੰਗਦਾ ਹੈ ਅਤੇ ਅਕਾਲੀ ਕਹਿਣ ਲੱਗ ਪੈਂਦੇ ਕਾਂਗਰਸ ਹੀ ਹੈ, ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਹੈ। ਉਹਦੇ ਵਿੱਚ ਉਹ ਡਰਦੇ ਨੇ ਕਿ ਅਸੀਂ ਇਹ ਗੁਰੂ ਘਰ ਦੇ ਕਾਰਜਾਂ 'ਚ ਹਿੱਸਾ ਕਿਉਂ ਲਈਏ। ਜਿਹੜੀ ਸੈਂਟਰ ਸਰਕਾਰ ਆ ਉਹਦਾ ਉੱਲੂ ਸਿੱਧਾ ਆ, ਉਹਨਾਂ ਦੀ ਮਰਜ਼ੀ ਦਾ ਉਹਨਾਂ ਨੂੰ ਬੰਦਾ ਮਿਲਿਆ ਜਿਹੜਾ ਯੈਸ ਮੈਨ ਆ, ਜਿਹੜਾ ਸਿੱਖ ਕੌਮ ਨੂੰ ਵੇਚਣ ਲਈ ਤੱਤ ਪਾ ਰਿਹਾ। ਅੱਜ ਅਕਾਲ ਤਖਤ ਤੋਂ ਜਥੇਦਾਰ ਜਿਹੜਾ ਉਹ ਕਹਿੰਦਾ ਜੀ ਇਹ ਭਾਜਪਾ ਜਮਾਤ ਬੜੀ ਭੈੜੀ ਜਮਾਤ ਆ, ਇੱਥੇ ਪਾਬੰਦੀ ਲੱਗਣੀ ਚਾਹੀਦੀ ਆ। ਲੇਕਿਨ ਉਸ ਜਥੇਦਾਰ ਨੂੰ ਉਹ ਇਹ ਕਿਉਂ ਭੁੱਲ ਜਾਂਦਾ ਕਿ ਜਿਹੜੇ ਉਹਨੂੰ ਤਨਖਾਹ ਦਿੰਦੇ ਨੇ, ਜਿਨ੍ਹਾਂ ਨੇ ਉਹਨੂੰ ਅਪੁਆਇੰਟ ਕੀਤਾ, ਉਹ ਉੱਥੇ ਉਸ ਦਰਬਾਰ 'ਚ ਹਾਜ਼ਰੀ ਲਾਉਂਦੇ ਨੇ, ਸਾਈਨ ਪਹਿਲਾਂ ਕਰਦੇ ਨੇ। ਕੋਈ ਮਿਨੋਰਟੀ ਦੇ ਖਿਲਾਫ ਬਿੱਲ ਪਾਸ ਹੁੰਦਾ ਤਾਂ ਉਹ ਸਾਈਨ ਕਰਦੇ ਨੇ, ਕੋਈ ਕਿਸਾਨ ਦੇ ਖਿਲਾਫ ਬਿੱਲ ਪਾਸ ਹੁੰਦਾ ਤਾਂ ਉਹ ਸਾਈਨ ਕਰਦੇ ਨੇ।
ਤੋ ਜਿਹੜਾ ਹਰੇਕ ਇਹਨਾਂ ਦਾ ਫੈਸਲਾ ਉਹ ਉਹਨਾਂ ਦੇ ਅਨੁਕੂਲ ਆ। ਤੇ ਜਦੋਂ ਸਾਨੂੰ ਸਾਡੀ ਕੌਮ ਦੀਆਂ ਵੋਟਾਂ ਲੈ ਕੇ ਤਾਕਤ ਲੈ ਕੇ ਤੇ ਉਹ ਹੱਕ 'ਚ ਭੁਗਤਦੇ ਨੇ ਸੈਂਟਰ ਸਰਕਾਰ ਦੇ, ਤੇ ਫਿਰ ਜਥੇਦਾਰ ਦੇ ਬਿਆਨ ਦੀ ਕੀ ਵੈਲਿਊ? ਜਥੇਦਾਰ ਅਕਾਲ ਤਖਤ ਉਸ ਪਰਿਵਾਰ ਨੂੰ ਕਿਉਂ ਨਹੀਂ ਕਹਿੰਦਾ ਕਿ ਤੁਸੀਂ ਉੱਥੋਂ ਛੱਡ ਕੇ ਵਾਪਸ ਆਓ ਇਹ ਕੌਮ ਦੇ ਹਿੱਤਾਂ 'ਚ? ਕਿਉਂਕਿ ਉਹ ਵਿਚਾਰਾ ਹੈ, ਉਹਦੇ 'ਚ ਹਿੰਮਤ ਹੈ ਨਹੀਂ, ਉਹਦੀਆਂ ਲੱਤਾਂ ਉਹਦੀਆਂ ਵੇਟ ਨਹੀਂ ਚੱਲਦੀਆਂ। ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਰਕੇ ਬਹੁਤ ਸਾਰੀਆਂ ਮੌਤਾਂ ਹੋਈਆਂ ਨੇ। ਪਿੱਛੇ ਦੀ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਜ਼ਿਆਦਾ ਵਾਪਰਦੀਆਂ ਰਹੀਆਂ ਨੇ। ਸਿੱਖ ਲੀਡਰਸ਼ਿਪ ਦਾ ਇੱਕ ਜਿਹੜਾ ਹੈਗਾ ਬਹੁਤ ਵਧੀਆ ਜਿਹੜਾ ਕੋਈ ਢੁਕਵਾਂ ਸਟੈਂਡ ਹੋਣਾ ਚਾਹੀਦਾ ਸੀ, ਇਹਨਾਂ ਸਾਰੀਆਂ ਚੀਜ਼ਾਂ ਤੇ ਨਹੀਂ ਆ, ਕੀ ਕਹੋਗੇ? ਇੱਕ ਤਾਂ ਜਿਹੜੀ ਪ੍ਰਬੰਧਕ ਕਮੇਟੀ ਆ ਉਹਦਾ ਸੰਚਾਲਨ ਅਕਾਲੀ ਦਲ ਕੋਲ, ਤੇ ਅਕਾਲੀ ਦਲ ਨੂੰ ਸਾਡੀ ਪੰਜਾਬ ਦੀ ਸਿੱਖ ਵਸੋਂ ਸਮਝ ਬੈਠੀ ਹੈ, ਸਾਡੇ ਪੰਥ ਦੀ ਪਾਰਟੀ ਹੈ, ਕੌਮ ਦੀ ਪਾਰਟੀ ਹੈ। ਇਹ ਸੀਗੀ ਵੀ, ਇਹ 'ਚ ਕੋਈ ਸ਼ੱਕ ਨਹੀਂ, ਇਹ ਸਾਡੇ ਬਜ਼ੁਰਗਾਂ ਨੇ ਬਣਾਈ ਇਸੇ ਕਰਕੇ ਸੀ। ਲੇਕਿਨ ਉਹਦਾ ਇੱਕ ਕਾਬਜ਼ ਹੋਣਾ ਇੱਕ ਪਰਿਵਾਰ ਦਾ, ਉਹਦੇ 'ਤੇ ਵੱਡੇ ਵੱਡੇ ਲੀਡਰਾਂ ਨੂੰ ਦਰਕਨਾਰ ਕਰਕੇ ਆਪਣੇ ਉੱਭੋ ਕੇ ਵਰਗੇ, ਲਾਲਪੁਰੇ ਵਰਗਿਆਂ ਨੂੰ ਹਟਾ ਕੇ ਜਵਾਈ ਦਾ ਆ ਜਾਣਾ, ਇੱਕ ਮਜੀਠੀਏ ਸਰਦਾਰਾਂ ਨੂੰ ਹਟਾ ਕੇ ਸਾਲਾ ਜਿਹੜਾ ਮਜੀਠੀਆ ਉਹਨੂੰ ਅੱਗੇ ਲੈ ਆਉਣਾ, ਜਿਹੜੇ ਇੱਧਰ ਦੇ ਲੀਡਰ ਸੀਗੇ ਬਰਾੜ ਸੀ ਵੱਡੇ ਵੱਡੇ, ਉਹਨਾਂ ਨੂੰ ਖਤਮ ਕਰਕੇ ਆਪ ਅੱਗੇ ਆ ਜਾਣਾ, ਆਪਣੀ ਨੂੰਹ ਨੂੰ ਲੀਡਰ ਬਣਾਉਣਾ, ਆਪਣੇ ਪੁੱਤ ਨੂੰ ਲੀਡਰ ਬਣਾਉਣਾ। ਪ੍ਰਧਾਨਗੀਆਂ ਦੀ ਲੜਾਈ ਹੈ ਜੀ ਸਿੱਧੀ, ਪ੍ਰਧਾਨਗੀਆਂ ਦੀ, ਸੱਤਾ ਦੀ, ਤੇ ਸੱਤਾ ਦਾ ਲਾਲਚ ਜਿਹੜਾ ਉਹਨੇ ਇੱਕ ਪੰਥ ਨੂੰ ਪਰਿਵਾਰ ਤੱਕ, ਲਿਮਟਿਡ ਕੰਪਨੀ ਤੱਕ ਸੀਮਤ ਕਰਤਾ। ਤੇ ਅੱਜ ਉਹ ਜਿਹੜਾ ਪੰਥ ਆ ਉਹ ਇੱਕ ਗਰੀਬੜਾ ਜਿਹਾ ਬਣ ਕੇ ਤੇ ਉਹ ਦੇਖਦਾ ਫਿਰਦਾ ਕਿ ਮੈਨੂੰ ਕੀ ਮਿਲੇਗਾ, ਬਾਦਲ ਸਾਹਿਬ ਕਦੋਂ ਦੇਣਗੇ, ਤੇ ਅੱਜ ਦਿੰਦੇ ਕੱਲ੍ਹ ਦਿੰਦੇ, ਤੇ ਇਸੇ ਲਾਲਸਾ ਦੇ ਵਿੱਚ ਉਹਦੇ ਪਿੱਛੇ ਧੱਕੇ ਖਾਂਦਾ ਫਿਰਦਾ ਅੱਜ ਇਸ ਮੁਕਾਮ ਤੇ ਪਹੁੰਚ ਗਿਆ। ਜਿਹੜਾ ਪੰਥ ਕਿਤੇ ਰਾਹ ਰੋਕਦਾ ਸੀ ਧਾੜਵੀਆਂ ਦੇ, ਅੱਜ ਉਹ ਪੰਥ ਜਿਹੜਾ ਬੇਨਤੀਆਂ ਕਰਨ ਤੱਕ ਤੇ ਮੰਗਾਂ ਮੰਨਣ ਤੱਕ ਸੀਮਤ ਹੋ ਗਿਆ। ਤੋ ਜਿਹੜੀ ਪਾਵਰ ਆ ਉਹ ਸਿੱਖ ਦੇ ਦਿੰਦੇ ਨੇ ਅਕਾਲੀ ਦਲ ਨੂੰ, ਅਕਾਲੀ ਦਲ ਨੇ ਸਾਨੂੰ ਵੇਚਤਾ ਸੈਂਟਰ ਕੋਲ। ਤੋ ਜਿਹੜੀ ਆਵਾਜ਼ ਸੀ ਉਹ ਤੇ ਆ ਗਈ ਅਕਾਲੀ ਦਲ ਕੋਲ, ਉਹਦੇ ਸੰਸਦ ਜਿਹੜੇ ਮੈਂਬਰ ਨੇ ਪਾਰਲੀਮੈਂਟ ਉਹਨਾਂ ਕੋਲ, ਉਹ ਵਿਧਾਨ ਸਭਾ ਕੋਲ ਉਹਦਾ ਮਾਲਕ ਬਾਦਲ, ਤੇ ਪ੍ਰਬੰਧਕ ਕਮੇਟੀ ਕੋਲ ਉਹਦਾ ਮਾਲਕ ਬਾਦਲ। ਉਹ ਇੱਕ ਲਵਾਰਸ ਜਿਹੇ ਬੰਦੇ ਨੂੰ ਉੱਥੇ ਪ੍ਰਧਾਨ ਬਣਾ ਦਿੰਦਾ, ਇੱਕ ਜਥੇਦਾਰ ਅਕਾਲ ਤਖਤ ਜਿਹੜਾ ਲਵਾਰਸ ਜਿਹਾ ਜਿਹਨੂੰ ਕੋਈ ਪੁੱਛਦਾ ਨਹੀਂ ਉਹਨੂੰ ਬਣਾ ਦਿੰਦਾ ਕਿ ਹੁਕਮ ਤੋਂ ਬਿਨਾਂ ਚੱਲੇ ਨਾ। ਤੋ ਸਾਰੀ ਪਾਵਰ ਇੱਕ ਵਿਅਕਤੀ ਕੋਲ ਆ ਗਈ। ਪਰ ਵਧੀਕੀਆਂ ਤਾਂ ਸਭ ਤੋਂ ਵੱਧ ਜਿਹੜੀਆਂ ਇਸ ਤਰੀਕੇ ਦੇ ਨਾਲ ਸਿੱਖ ਤੋਂ ਕੌਮ ਤੇ ਹੀ ਹੋ ਰਹੀਆਂ ਨੇ ਜੀ, ਇਹਦੇ ਲਈ ਜਿਹੜਾ ਹੈਗਾ ਹੱਲ ਕੀ ਹੋ ਸਕਦਾ? ਤੁਹਾਨੂੰ ਕੀ ਲੱਗਦਾ ਕਿਵੇਂ ਅਸੀਂ ਜਿਹੜਾ ਇਸ ਚੀਜ਼ ਤੋਂ? ਇਹਨਾਂ ਦਾ ਹੱਲ ਇਸ ਕਰਕੇ ਨਹੀਂ ਨਿਕਲਿਆ ਕਿ ਸਿੱਖ ਹੀ ਸਾਡੇ ਤੇ ਵਧੀਕੀਆਂ ਕਰ ਰਿਹਾ। ਜਿਹੜਾ ਬਰਗਾੜੀ ਕਾਂਡ ਹੋਇਆ, ਸਰੂਪ ਚੋਰੀ ਹੋਇਆ, ਬੇਅਦਬੀ ਹੋਈ, ਚੋਰੀ ਕਰਨ ਵਾਲੇ ਦਾ ਸ਼ਰਨਦਾਤਾ ਪ੍ਰਕਾਸ਼ ਸਿੰਘ ਬਾਦਲ ਬਣਿਆ। 3 ਸਾਲ ਉਹਦੀ ਮਿਨਿਸਟਰੀ ਰਹੀ, ਉਹਦੇ ਖਿਲਾਫ ਕੇਸ ਦਰਜ ਨਹੀਂ ਹੋਇਆ, ਉਹਨੂੰ ਪੁਲਿਸ ਦੀ ਪਾਰਟੀ ਦਿੱਤੀ ਕਿ ਇਹਨੂੰ ਕੋਈ ਮਾਰ ਨਾ ਦੇਵੇ। ਜਿਹੜੇ ਬੱਚਿਆਂ ਨੂੰ ਮਾਰਨ ਵਾਲੇ ਪੁਲਿਸ ਅਫਸਰ ਸੀ ਉਹਨਾਂ ਨੂੰ ਸਹਾਇਤਾ ਦਿੱਤੀ, ਉਹਨਾਂ ਨੂੰ ਸ਼ੈਲਟਰ ਦਿੱਤਾ, ਸ਼ਰਨ ਦਿੱਤੀ, ਜਰਨਲ ਬਣਾਏ। ਜਿਨ੍ਹਾਂ ਪੁਲਿਸ ਅਫਸਰਾਂ ਨੇ ਸਿੱਖ ਬੱਚਿਆਂ ਨੂੰ 4 ਸਿੱਖ ਬੱਚਿਆਂ ਨੂੰ ਬਿਠਾ ਕੇ ਲਾਈਨ 'ਚ ਗੋਲੀ ਮਾਰੀ, ਇੱਕ ਬੱਚੇ ਦੇ ਮੂੰਹ 'ਚ ਪਿਸਟਲ ਰੱਖ ਕੇ ਗੋਲੀ ਚਲਾਈ, ਅਜ਼ਹਾਰ ਆਲਮ, ਉਹ ਇਹਨਾਂ ਦਾ ਅੱਜ ਰਿਟਾਇਰ ਹੋਣ ਤੋਂ ਬਾਅਦ ਅਕਾਲੀ ਦਲ ਦਾ ਵਾਈਸ ਪ੍ਰਧਾਨ, ਉਹਦੀ ਵਾਈਫ ਜਿਹੜੀ ਕੈਬਨਿਟ ਮਿਨਿਸਟਰ। ਤੋ ਸਾਡੀ ਬਾਂਹ ਕੌਣ ਫੜੂਗਾ, ਆਵਾਜ਼ ਕੌਣ ਦਊਗਾ, ਸਿੱਖ ਲਈ ਰਹੂਗਾ ਕੌਣ? ਜੇ ਸਾਡੇ ਵਰਗੇ ਕੋਈ ਬੋਲਦੇ ਆ ਤਾਂ ਉਹਨਾਂ ਦੀ ਆਵਾਜ਼ ਦੱਬ ਜਾਂਦੀ ਆ, ਅੱਗੇ ਨਹੀਂ ਜਾਂਦੀ, ਅਸਰ ਨਹੀਂ ਪਾਉਂਦੀ, ਕਿਉਂਕਿ ਸਿੱਖ ਮੰਨੀ ਬੈਠੇ ਕਿ ਸਾਡੀ ਪਾਰਟੀ ਰਾਜ ਕਰ ਰਹੀ ਹੈ। ਕਿਤੇ ਨਾ ਕਿਤੇ ਆਮ ਸਿੱਖ ਵੀ ਤੁਹਾਨੂੰ ਲੱਗਦਾ ਨਹੀਂ ਕਿ ਇਸ ਚੀਜ਼ ਸਾਰੀ ਚੀਜ਼ ਲਈ ਜ਼ਿੰਮੇਦਾਰ ਹੈ ਕਿ ਜਿਸ ਤਰੀਕੇ ਨਾਲ ਆਮ ਸਿੱਖਾਂ ਨੂੰ ਅੱਗੇ ਆਉਣਾ ਚਾਹੀਦਾ ਸੀ, ਕੋਈ ਇੱਕ ਐਸੇ ਆਗੂ ਨੂੰ ਅੱਗੇ ਲਿਆਉਣਾ ਚਾਹੀਦਾ ਸੀਗਾ ਕਿ ਜੋ ਸਿੱਖ ਕੌਮ ਦੀ ਸਹੀ ਤਰੀਕੇ ਦੇ ਨਾਲ ਅਗਵਾਈ ਕਰ ਸਕੇ? ਇਹ ਸਾਡੀ ਕੌਮ ਦੀ ਜਿਹੜੀ ਆ ਇਹ ਦੁਬਿਧਾ ਜੀ ਸੀਗੀ ਕਿ ਸਾਡੀ ਇੱਕ ਪਾਰਟੀ ਆ, ਉਧਰ ਕਾਂਗਰਸ ਆ ਜਿਹਨੇ ਸਾਡੇ ਤੇ ਜ਼ੁਲਮ ਕੀਤੇ ਆ, ਅਸੀਂ ਕਾਂਗਰਸ ਨੂੰ ਵੋਟ ਨਹੀਂ ਪਾਉਣੀ, ਸਾਡਾ ਅਕਾਲੀ ਦਲ। ਉਹ ਅਕਾਲੀ ਦਲ ਨੂੰ ਵੋਟ ਪਾਉਣੀ ਮਜਬੂਰੀ ਬਣ ਗਈ। ਤੀਸਰੀ ਧਿਰ ਆਈ ਨਹੀਂ, ਤੀਸਰੀ ਧਿਰ ਜਿਹੜੀ ਆਈ ਉਹਨਾਂ ਦੇ ਵਿੱਚ ਉਹ ਇਮਾਨਦਾਰੀ, ਉਹ ਕੁਰਬਾਨੀ, ਉਹ ਤਿਆਗ ਨਹੀਂ ਨਜ਼ਰ ਆਇਆ। ਤੋ ਸਿੱਖਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ। ਤੋ ਉਹਦੀ ਵਜ੍ਹਾ ਨਾਲ ਇਹ ਹਾਲਾਤ ਇਹੋ ਜਿਹੇ ਬਣ ਗਏ ਅੱਜ ਕਿ ਅੱਜ ਜਦੋਂ ਇੱਕ ਅੱਤ ਹੋ ਗਈ, ਇੱਕ ਸਵਾਰਥ ਦੀ, ਇੱਕ ਮਜਬੂਰੀ ਦਾ ਫਾਇਦਾ ਉਠਾਉਣ ਵਾਲਿਆਂ ਦੀ, ਉਦੋਂ ਸਿੱਖਾਂ ਨੇ ਜਿੱਧਰ ਕਿੱਧਰ ਵੋਟ ਪਾਈ ਪਰ ਅਕਾਲੀ ਦਲ ਨੂੰ ਨਹੀਂ ਪਾਈ। ਜਿਹੜਾ 73 ਸੀਟਾਂ ਲਿਜਾਣ ਵਾਲਾ ਅਕਾਲੀ ਦਲ ਜਿਹੜਾ ਉਹ 13 ਸੀਟਾਂ 'ਤੇ ਸਿਮਟ ਗਿਆ। ਤੋ ਅੱਜ ਆਪੋਜੀਸ਼ਨ ਦੇ ਵਿੱਚ ਵੀ ਇਹ ਲੀਡਰ ਹੈ ਨਹੀਂ।
ਇਹ ਇਹੋ ਜੀ ਪਾਰਟੀ ਸੀ ਜੇ ਮੈਂ ਬਚਪਨ 'ਚ ਦੇਖਿਆ ਮੋਹਨ ਸਿੰਘ ਤੋੜ ਵਰਗੇ ਜਦੋਂ ਪਿੰਡਾਂ 'ਚ ਕੰਪੇਨ ਕਰਨ ਜਾਂਦੇ ਸੀ ਤੇ ਬੀਬੀਆਂ ਬਨੇਰਿਆਂ ਤੇ ਬੈਠ ਕੇ ਗਾਉਂਦੀਆਂ ਹੁੰਦੀਆਂ ਸੀ, ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਇਸ ਰਿਸਪੈਕਟ ਪ੍ਰਧਾਨ ਨੂੰ ਮਿਲਦੀ ਸੀ, ਅਕਾਲੀ ਦਲ ਦੇ ਪ੍ਰਧਾਨ ਨੂੰ। ਅੱਜ ਅਕਾਲੀ ਦਲ ਦੇ ਪ੍ਰਧਾਨ ਨੂੰ ਪਾਥੀਆਂ ਪੈਂਦੀਆਂ ਮੂੰਹ ਤੇ, ਚੱਪਲਾਂ ਪੈਂਦੀਆਂ ਨੇ। ਤੋ ਕੁਕਰਮ ਇਹਨਾਂ ਦਾ, ਇਹਨਾਂ ਦੀ ਨੀਚਤਾਈ ਹੈ। ਤੋ ਇਹ ਅੱਜ ਸਿੱਖ ਉੱਠ ਖਲੋਤੇ ਨੇ। ਤੋ ਅਸੀਂ ਦੇਖੋ ਇੱਕ ਫਰਜ਼ ਨਿਭਾਉਣਾ ਪੈਂਦਾ, ਆਪ ਅੱਗੇ ਲਾ ਕੇ ਮਿਹਨਤ ਕਰਨੀ ਪੈਂਦੀ ਆ। ਤੋ ਅਸੀਂ ਉਹਦੇ ਲਈ ਮਿਹਨਤ ਕਰਾਂਗੇ ਤੇ ਕਰ ਰਹੇ ਹਾਂ। ਤੋ ਸਿੱਖ ਸਾਨੂੰ ਸਪੋਰਟ ਕਰ ਰਹੇ ਆ ਤੇ ਜਦੋਂ ਸਾਡੀ ਗੱਲ ਸਿੱਖਾਂ ਦੇ ਮਨਾਂ ਤੱਕ ਪਹੁੰਚ ਜਾਊਗੀ ਤੇ ਅਸੀਂ ਇਹ 'ਚ ਸਫਲ ਹੋਵਾਂਗੇ ਤੇ ਚੰਗੇ ਰਿਜ਼ਲਟ ਦੇਵਾਂਗੇ। ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਜੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਹੈਗਾ ਧੜਿਆਂ ਦੇ ਵਿੱਚ ਵੰਡਿਆ ਗਿਆ ਹੈ। ਗੱਲ ਕਰੀਏ ਆਪਾਂ ਸੁਖਦੇਵ ਸਿੰਘ ਢੀਂਡਸਾ ਦੀ, ਰਣਜੀਤ ਸਿੰਘ ਬ੍ਰਹਮਪੁਰਾ ਦੀ, ਸੇਵਾ ਸਿੰਘ ਸੇਖਵਾਂ ਦੀ, ਇਹ ਉਹ ਸਾਰੇ ਆਗੂ ਨੇ ਜਿਹੜੇ ਕਿਸੇ ਸਮੇਂ ਬਾਦਲ ਪਰਿਵਾਰ ਦੇ ਬਹੁਤ ਨੇੜੇ ਮੰਨੇ ਗਏ ਪਰ ਅੱਜ ਧੜਿਆਂ ਦੇ ਵਿੱਚ ਵੰਡੇ ਗਏ। ਕੀ ਕਹੋਗੇ ਇਹਨਾਂ ਆਗੂਆਂ ਲਈ? ਇੱਕ ਤਾਂ ਉਹੀ ਇੱਕ ਮਜਬੂਰੀਆਂ ਹੁੰਦੀਆਂ ਕਿ ਅਸੀਂ ਪਾਰਟੀ ਦੇ ਵਿੱਚ ਬੈਠੇ ਹਾਂ, ਸਾਨੂੰ ਇੰਨਾ ਕੁਝ ਮਿਲਿਆ ਤੇ ਲੋਕੀ ਕਹਿਣਗੇ ਆ ਰੱਜਿਆ ਨਹੀਂ, ਇਹ ਛੱਡੀਏ, ਤੇ ਲੋਕੀ ਇਹ ਕਹਿਣਗੇ ਉਹ ਕਹਿਣਗੇ। ਲੇਕਿਨ ਇੱਕ ਸਮਾਂ ਆਉਂਦਾ ਜਦੋਂ ਬੰਦੇ ਨੂੰ ਆਪਣੀ ਫੀਲਡ ਵੱਲ ਧਿਆਨ ਬਾਰਿਆਂ ਦੇ ਸੋਚਣਾ ਪੈਂਦਾ ਹੈ ਕਿ ਇਸ ਫੀਲਡ 'ਚੋਂ ਮੈਨੂੰ ਗਾਂਹ ਕੀ ਮਿਲੂਗਾ। ਅੱਜ ਜ਼ਮੀਰਾਂ ਜਾਗ ਗਈਆਂ, ਲੱਗਦਾ ਨਹੀਂ ਕਿ ਜ਼ਮੀਰਾਂ ਪਹਿਲਾਂ ਬਹੁਤ ਜਲਦੀ ਜਾਗ ਜਾਣੀਆਂ ਚਾਹੀਦੀਆਂ ਪਰ ਦੇਰ ਆਏ ਦਰੁਸਤ ਆਏ। ਮੈਂ ਤਾਂ ਵੈਲਕਮ ਕਰੂੰਗਾ ਕਿਉਂਕਿ ਜਦੋਂ ਵੀ ਬੰਦੇ ਦਾ ਅਖਲਾਕ ਜਾਗਦਾ, ਮੈਂ ਨਹੀਂ ਕਹਿੰਦਾ ਕਿ ਇਹ ਬੇਈਮਾਨ ਨੇ, ਇਹ ਸਾਰਾ ਕੁਛ ਹੈ। ਹੁਣ ਜਿਹੜੇ ਸੁਖਦੇਵ ਸਿੰਘ ਢੀਂਡਸਾ ਵਰਗੇ ਉਹ 80 ਪਾਰ ਕਰ ਚੁੱਕੇ ਨੇ, ਤੋ ਉਹ ਜੇ ਲਾਲਚ ਵੀ ਕਰਨਗੇ ਤਾਂ ਕੀ ਕਰਨਗੇ। ਤੋ ਮੈਨੂੰ ਲੱਗਦਾ ਹੈ ਕਿ ਅਖੀਰਲੀ ਉਮਰੇ ਸਹੀ ਉਹ ਜੇ ਸਾਨੂੰ ਇੱਕ ਰਾਹ ਦੇ ਰਹੇ ਨੇ ਕਿ ਇਹ ਨਿਜ਼ਾਮ ਜਿਹੜਾ ਅਸੀਂ ਠੀਕ ਨਹੀਂ ਦੇ ਪਾ ਰਹੇ, ਅਸੀਂ ਇਹ ਜਿਹੜਾ ਸਿਸਟਮ ਹੈ ਉਹ ਪਾਰਟੀ ਦੀ ਤਰ੍ਹਾਂ ਨਹੀਂ ਚੱਲਿਆ, ਪਰਿਵਾਰ ਦੀ ਤਰ੍ਹਾਂ ਚੱਲਿਆ, ਇਸ ਕਰਕੇ ਨੁਕਸਾਨ ਉਠਾ ਰਹੇ ਹਾਂ ਕਿ ਇਹਨੂੰ ਸਾਨੂੰ ਇੱਕ ਲਾਈਨ ਬਦਲਣੀ ਚਾਹੀਦੀ ਹੈ। ਤੇ ਇੱਕ ਸਮਾਂ ਹੁੰਦਾ ਹੈ ਜਦੋਂ ਕੋਈ ਵੀ ਬੰਦਾ ਡਿਸੀਜਨ ਲੈ ਪਾਉਂਦਾ। ਤਾਂ ਸਾਰੇ ਸਾਡੇ ਵਰਗੇ ਨਿਹੰਗ ਤੇ ਹੈ ਨਹੀਂ ਵੀ ਅਸੀਂ ਪਹਿਲਾਂ ਮੇਰੇ 20 ਸਾਲ 17-18 ਸਾਲ ਮੇਰੇ ਨਿਰੰਕਾਰੀਆਂ ਨਾਲ ਜਦੋਜਹਿਦ ਕਰਦਿਆਂ ਨਿਕਲਦੇ, ਹੁਣ 22-23 ਸਾਲ ਬਾਦਲ ਦੇ ਖਿਲਾਫ ਨਿਕਲ ਗਏ। ਮੈਂ ਨਾ ਕਿਸੇ ਪਾਰਟੀ 'ਚ ਗਿਆ ਤੇ ਨਾ ਕਿਸੇ ਤੋਂ ਕੋਈ ਲਾਲਚ ਕੀਤਾ। ਜਿਸ ਤਰ੍ਹਾਂ ਦਾ ਪ੍ਰਮਾਤਮਾ ਨੇ ਮੈਨੂੰ ਸਮਾਂ ਬਖਸ਼ਿਆ ਮੈਂ ਉਹ 'ਚ ਰਾਜੀ ਰਿਹਾ, ਪਰ ਇਹਦੇ ਖਿਲਾਫ ਡਟ ਕੇ ਬੋਲਦਾ ਰਿਹਾ ਕਿ ਸਾਡੀ ਕੌਮ ਦਾ ਦੁਸ਼ਮਣ ਹੈ, ਇਹ ਕੌਮ ਨੂੰ ਖਾ ਜਾਊਗਾ, ਇਸ ਤੋਂ ਬਚ ਜਾਓ, ਇਸ ਤੋਂ ਬਚ ਜਾਓ। ਲੇਕਿਨ ਜੋ ਕੁਛ ਮੈਂ ਕਹਿੰਦਾ ਰਿਹਾ ਅੱਜ ਇਨ ਬਿਨ ਉਸ ਤੋਂ ਕਿਤੇ ਅੱਗੇ ਜਾ ਕੇ ਸਿੱਖ ਨੇ ਉਹਨੂੰ ਸਵੀਕਾਰ ਕਰਕੇ ਉਹਦਾ ਵਿਰੋਧ ਕੀਤਾ ਬਾਦਲ ਦਾ। ਇਸੇ ਨਾਲ ਗੱਲ ਕਰੀਏ ਭਾਈ ਸਾਹਿਬ, ਗੁਰੂ ਸਾਹਿਬ ਦੇ ਜਿਹੜੇ 267 ਅੰਗ ਨੇ ਉਹਨਾਂ ਦਾ ਜਿਹੜੇ ਬਾਰੇ ਨਹੀਂ ਜਿਹੜੀ ਹੈਗੇ ਕੁਝ ਪਤਾ, ਤੇ ਇਸ ਦੇ ਨਾਲ ਹੀ ਹਾਲ ਹੀ ਦੇ ਵਿੱਚ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਨੇ ਵੱਖ-ਵੱਖ ਚੈਨਲਾਂ ਤੋਂ, ਵੱਖ-ਵੱਖ ਅਖਬਾਰਾਂ ਤੋਂ ਸਾਹਮਣੇ ਆਈਆਂ ਨੇ ਕਿ ਸੌਦਾ ਸਾਧ ਨੂੰ ਜਿਹੜੀ ਉਹ ਡਰੈਸ ਦਿੱਤੀ ਸੀ ਉਹ ਸੁਖਬੀਰ ਬਾਦਲ ਵੱਲੋਂ ਗਈ ਸੀ। ਕੀ ਕਹੋਗੇ? ਇੱਕ ਤਾਂ ਸੁਖਬੀਰ ਬਾਦਲ ਦੀ ਜਿਹੜੀ ਡਰੈਸ ਆ ਨਾ, ਉਹ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਮੁਕਾਬਲੇ ਤੇ ਉਹ ਪੈਰ ਦੀ ਜੁੱਤੀ ਆ, ਸਾਨੂੰ ਉਹਦੀ ਕੋਈ ਚਿੰਤਾ ਨਹੀਂ। ਇਹ 20 ਡਰੈਸਾਂ ਹੋਰ ਬਣਾ ਕੇ ਦੇਵੇ। ਨਹੀਂ, ਤੁਸੀਂ ਕੀ ਮੰਨਦੇ ਹੋ ਕਿ ਉਹਦੇ ਵੱਲੋਂ ਦਿੱਤੀ ਗਈ ਹੈ ਸੁਖਬੀਰ ਬਾਦਲ ਵੱਲੋਂ? ਇਹ ਹੁਣ ਮੈਂ ਨਾ ਤੇ ਮੈਂ ਦੇਖਿਆ, ਮੈਨੂੰ ਕੋਈ ਇਹੋ ਜਿਹਾ ਜਿੰਨਾ ਚਿਰ ਮੈਂ ਆਪ ਨਾ ਦੇਖਾਂ ਮੇਰੀ ਤਸੱਲੀ ਨਾਲ ਮੈਂ ਨਹੀਂ ਬਲੇਮ ਲਾਉਂਦਾ ਹੁੰਦਾ। ਪਰ ਮੈਨੂੰ ਇਹ ਆ ਕਿ ਜਿਹੜਾ ਤੁਸੀਂ ਸੌਦਾ ਸਾਧ ਦੀ ਖੁਸ਼ੀ ਲਈ ਗੁਰੂ ਨੂੰ ਕੁਰਬਾਨ ਕਰ ਦਿੱਤਾ, ਇਹ ਨਾ ਬਰਦਾਸ਼ਤ ਕਰਨ ਯੋਗ ਇੱਕ ਗਲਤੀ ਹੈ, ਗੁਨਾਹ ਆ। ਤੁਸੀਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਜਿਹੜਾ ਉਹਦਾ ਨਰਾਦਰ ਕਰਨ ਵਾਲਾ, ਚੋਰੀ ਕਰਕੇ ਵੰਗਾਰ ਕੇ ਪਾੜਨ ਵਾਲਾ, ਉਹਨੂੰ ਤੁਸੀਂ ਸ਼ੈਲਟਰ ਦੇ ਰਹੇ ਹੋ ਐਜ ਮੁੱਖ ਮੰਤਰੀ, ਐਜ ਹੋਮ ਮਿਨਿਸਟਰ। ਕਿਉਂ ਦੇ ਰਹੇ ਹੋ? ਤੁਸੀਂ ਖਾਧਾ ਗੁਰੂ ਰਾਮਦਾਸ ਦੇ ਦਰ ਦਾ, ਭੌਂਕਦੇ ਹੋ ਤੁਸੀਂ ਰਾਮ ਰਹੀਮ ਦੀ ਦੁਕਾਨ 'ਤੇ। ਕਿਉਂ? ਤੁਸੀਂ ਸਿੱਖ ਬੱਚਿਆਂ ਨੇ ਕੁਰਬਾਨੀਆਂ ਕੀਤੀਆਂ, ਤੁਸੀਂ ਕਾਲ ਤਖਤ ਤੋਂ ਮਰਜੀਵੜੇ ਬਣਾ ਕੇ ਮਰਾਏ, ਤੁਸੀਂ ਸਿੱਖ ਫੌਜੀਆਂ ਨੂੰ ਸੱਦੇ ਦਿੱਤੇ, ਉਹ ਅੱਜ ਰਿਕਸ਼ੇ ਚਲਾਉਂਦੇ ਪਏ। ਤੁਸੀਂ 15 ਸਾਲ ਰਾਜ ਕਰਕੇ ਤੇ ਬੱਸਾਂ ਬਣਾ ਲਈਆਂ ਤੇ ਹੋਟਲ ਬਣਾ ਲਏ, ਇਹ ਅੱਜ ਰਿਕਸ਼ੇ ਚਲਾਉਂਦੇ ਪਏ ਨੇ ਗਰੀਬ ਆਦਮੀ। ਤੋ ਅੱਜ ਸਾਡੀ ਕੌਮ ਨਾਲ ਜਿਹੜਾ ਤੁਸੀਂ ਕੋਈ ਕੀਤਾ, 30 ਸਾਲ ਤੋਂ ਜੇਲ੍ਹਾਂ 'ਚ ਬੈਠੇ ਨੇ ਸਿੱਖ, ਉਹਨਾਂ ਨੂੰ ਜੇ ਪੰਜਾਬ ਦਾ ਸਾਡਾ ਸਿੱਖ ਲੀਡਰ ਜਿਹਨੂੰ ਤਾਕਤ ਮਿਲੀ ਅਕਾਲੀ ਦਲ ਦੇ ਰੂਪ 'ਚ, ਪ੍ਰਬੰਧਕ ਕਮੇਟੀ ਦੀ ਤਾਕਤ ਮਿਲੀ ਪੂਰੀ ਦੀ, ਅਕਾਲ ਤਖਤ ਦੀ ਮਿਲੀ, ਸੈਂਟਰ 'ਚ ਜਿਹੜੇ ਐਮਪੀਆਂ ਦੀ ਫੌਜ ਮਿਲੀ, ਵਿਧਾਨ ਸਭਾ ਸਰਕਾਰ ਮਿਲੀ, ਉਹ ਨਹੀਂ ਉਠਾਊਗਾ ਤੇ ਕੌਣ ਉਠਾਊਗਾ? ਇੱਕ ਸਟੇਟ ਦਾ ਚੀਫ ਮਿਨਿਸਟਰ ਜਿਹੜਾ ਉਹ ਦਾਅਵੇ ਨਾਲ ਕਹਿ ਸਕਦਾ ਸੈਂਟਰ ਨੂੰ ਕਿ ਮੇਰੀ ਸਟੇਟ ਦੇ ਬੱਚੇ ਆ, ਇਹਨਾਂ 'ਤੇ ਇੰਨਾ ਜ਼ੁਲਮ ਨਹੀਂ ਹੋਣਾ ਚਾਹੀਦਾ, ਜਿਹੜੀ ਸਜ਼ਾ ਉਹਨਾਂ ਭੁਗਤ ਲਈ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ? ਇਹਨਾਂ ਨੂੰ ਦੂਸਰੇ ਪੰਜਾਬ ਦੀਆਂ ਸਟੇਟਾਂ 'ਚੋਂ ਇੱਥੇ ਸ਼ਿਫਟ ਕਿਉਂ ਨਹੀਂ ਕੀਤਾ ਜਾਂਦਾ? ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ, ਉਹਨਾਂ ਦੇ ਮਾਂ-ਬਾਪ ਇੱਥੋਂ ਆਰਾਮ ਨਾਲ ਮੁਲਾਕਾਤ ਕਰ ਸਕਣ। ਪਰ 30 ਸਾਲ ਹੋ ਚੁੱਕੇ ਨੇ ਇਸ ਹਿੰਦੁਸਤਾਨ 'ਚ ਕੋਈ ਵੀ ਸਾਡੇ ਸਿੱਖਾਂ ਤੋਂ ਬਿਨਾਂ
30 ਸਾਲ ਤੋਂ ਬੰਦ ਨਹੀਂਗਾ। ਭਾਈ ਸਾਹਿਬ ਗੱਲ ਕਰਾਂਗੇ 2022 ਦੀ ਇਲੈਕਸ਼ਨ ਦੀ। ਅੱਜ ਗੱਲ ਕਰੀਏ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਤੀਜੇ ਤਬਕੇ ਦੀ ਜਿਹੜੀ ਪਾਰਟੀ ਬਣ ਕੇ ਰਹਿ ਗਿਆ, ਕਿੱਥੇ ਖੜੀ ਦੇਖਦੇ ਹੋ ਅਗਲੇ 2022 ਦੀ ਇਲੈਕਸ਼ਨ ਦੇ ਵਿੱਚ ਪੰਜਾਬ ਨੂੰ? ਮੇਰਾ ਇੱਕ ਵਿਸ਼ਵਾਸ ਆ ਪਹਾੜ ਵਰਗਾ ਆ ਹਿੱਲ, ਜੇ ਤੇ ਸਿੱਖ ਛੱਡ ਦੇਣਗੇ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਅਕਾਲੀ ਦਲ ਰਾਜ ਕਰੂਗਾ, ਤੇ ਨਹੀਂ ਤੇ ਮੈਂ ਘੱਟੋ ਘੱਟ 3-4 ਸਾਲ ਪਹਿਲਾਂ ਇਹ ਕਿਹਾ ਸੀਗਾ ਕਿ ਇਹ ਅਕਾਲੀ ਦਲ ਅਕਾਲੀ ਪੱਤਰਕਾਰ ਅਖਬਾਰ ਦੇ ਰੇਟ ਨਾਲ ਵਿਕੂਗਾ। ਇਹ ਮੇਰਾ ਅੱਜ ਵੀ ਯਕੀਨ ਹੈ। ਅਖੀਰ ਦੇ ਵਿੱਚ ਇੱਕ ਬਹੁਤ ਹੀ ਅਹਿਮ ਸਵਾਲ, ਤੁਸੀਂ ਅਕਾਲੀ ਪੰਥਕ ਲਹਿਰ ਨੂੰ ਨਾਲ ਲੈ ਕੇ ਚੱਲ ਰਹੇ ਹੋ ਤੇ ਅਕਾਲੀ ਪੰਥਕ ਲਹਿਰ ਦੀ ਅਗਵਾਈ ਕਰ ਰਹੇ ਹੋ। ਜੇਕਰ ਗੱਲ ਕਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਦੀ, ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ ਉਹਨਾਂ ਵੱਲੋਂ ਨਹੀਂ ਕੀਤਾ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕਤ ਹੁੰਦੀ ਹੈ ਔਰ ਕਿਤੇ ਨਾ ਕਿਤੇ ਜਿਹੜਾ ਹੈਗਾ ਤੁਸੀਂ ਵਿੱਚ ਜਾਂਦੇ ਹੋ, ਤਾਂ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਜਿਹੜੇ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਤੋਂ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇਗਾ? ਤਾਂ ਅਸੀਂ ਨਾਮ ਰੱਖ ਲੈਂਦੇ ਆ ਖਾਲਸਾ ਸਕੂਲ, ਖਾਲਸਾ ਕਾਲਜ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਲੇਕਿਨ ਉਹਨਾਂ ਦੇ ਵਿੱਚ ਧਾਰਮਿਕ ਪੀੜ ਹੈ ਨਹੀਂ। ਕੋਈ ਧਾਰਮਿਕ ਪੀੜ ਨਹੀਂ ਲੱਗਦੇ ਜਿਹੜੇ ਬੱਚਿਆਂ ਨੂੰ ਆਪਣੇ ਧਰਮ ਪ੍ਰਤੀ ਸੁਚੇਤ ਕਰਨ ਜਾਂ ਜਾਣਕਾਰੀ ਦੇਣ, ਸਾਹਿਬਜ਼ਾਦਿਆਂ ਦੀ ਹਿਸਟਰੀ ਦੱਸਣ, ਦਸਮ ਪਾਤਸ਼ਾਹ ਦੇ ਜੀਵਨ 'ਤੇ ਰੋਸ਼ਨੀ ਪਾਉਣ, ਸਾਡੇ 10 ਗੁਰੂ ਸਾਹਿਬਾਨ ਦੀ 240 ਸਾਲ ਦੀ ਜਿਹੜੀ ਮਿਹਨਤ ਆ ਅਤੇ ਕੁਰਬਾਨੀਆਂ ਨੇ ਉਹਨਾਂ ਨੂੰ ਉਜਾਗਰ ਕਰਨ। ਅਸੀਂ ਇਹ ਯਕੀਨੀ ਬਣਾਵਾਂਗੇ ਜਿਹੜੇ ਅਦਾਰੇ ਪ੍ਰਬੰਧਕ ਕਮੇਟੀ ਦੇ ਅੰਡਰ ਹੋਣਗੇ, ਉਹਨਾਂ ਅਦਾਰਿਆਂ 'ਚ ਆਉਣ ਵਾਲੇ ਟੀਚਰ ਜਿਹੜੇ ਨੇ ਉਹ ਮੁਕੰਮਲ ਆਪਣੇ ਆਪ ਨੂੰ ਮੁਕੰਮਲ ਜਿਹੜਾ ਉਹ ਆਪਣੇ ਆਪਣੇ ਸਬਜੈਕਟ ਦੇ ਵਿੱਚ ਤਿਆਰ ਹੋਣ, ਅਤੇ ਉਹਨਾਂ ਨੂੰ ਪੂਰੀ ਪੇ ਦਿੱਤੀ ਜਾਊਗੀ, ਟਾਈਮ 'ਤੇ ਦਿੱਤੀ ਜਾਊਗੀ, ਅਤੇ ਅਸੀਂ ਬੱਚਿਆਂ ਨੂੰ ਉਹ ਐਜੂਕੇਸ਼ਨ ਦੇਵਾਂਗੇ ਜਿਹੜੀ ਚੰਗੇ ਪਬਲਿਕ ਸਕੂਲਾਂ 'ਚ ਦਿੱਤੀ ਜਾਂਦੀ ਹੈ, ਅਤੇ ਇਹ ਜਿੱਥੋਂ ਤੱਕ ਹੋ ਸਕੂਗਾ ਗਰੀਬ ਬੱਚਿਆਂ ਦਾ ਬਹੁਤ ਭਲਾ ਕਰਾਂਗੇ। ਧੰਨਵਾਦ ਜੀ ਜਥੇਦਾਰ ਸਾਹਿਬ ਸਾਡੇ ਨਾਲ ਗੱਲ ਕਰਨ ਦੀ। ਸੋ ਦੋਸਤੋ, ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੁੰਦੀਆਂ ਧਾਂਦਲੀਆਂ ਦੀ, ਤੇ ਸਿੱਖ ਕੌਮ ਨੂੰ ਕਿਸ ਤਰੀਕੇ ਦੀ ਜਿਹੜੀ ਲੀਡਰਸ਼ਿਪ ਦੀ ਅਗਵਾਈ ਦੀ ਜ਼ਰੂਰਤ ਹੈ ਉਸ ਬਾਰੇ। ਸੁਭਾਵਿਕ ਹੈ ਜੋ ਅੱਜ ਦਾ ਦੌਰ ਚੱਲ ਰਿਹਾ ਹੈਗਾ, ਇਸ ਦੇ ਵਿੱਚ ਕਹਿਣਾ ਬਣਦਾ ਹੈ ਕਿ ਸਿੱਖਾਂ ਨੂੰ ਹਲੇ ਤੱਕ ਇਸ ਚੀਜ਼ ਦੀ ਪਹਿਚਾਣ ਨਹੀਂ ਆਈ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ, ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਵੇਂ ਜਿਹੜਾ ਹੈਗਾ ਮੁਕਤ ਕਰਨਾ ਹੈ। ਇਸ ਦੇ ਲਈ ਜ਼ਰੂਰੀ ਹੈ ਇੱਕ ਸਮੁੱਚੀ ਅਜਿਹੀ ਲੀਡਰਸ਼ਿਪ ਦੀ ਜਿਹੜੀ ਆਪ ਅੱਗੇ ਆ ਕੇ ਆਪਣੇ ਹੱਕਾਂ ਦੇ ਲਈ ਲੜ ਸਕੇ, ਤੇ ਪੂਰੀ ਸਿੱਖ ਕੌਮ ਨੂੰ ਇਕਜੁੱਟ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਇੱਕ ਧਿਰ ਦੇ ਕਬਜ਼ੇ ਦੇ ਵਿੱਚੋਂ ਛੁਡਵਾ ਸਕੇ। ਇਸ ਦੇ ਉੱਤੇ ਬੇਬਾਕ ਟਿੱਪਣੀ ਦਿੱਤੀ ਹੈ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ, ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ, ਤੇ ਨਾਲ ਹੀ ਇਹਨਾਂ ਨੇ ਇਹ ਕਿਹਾ ਕਿ ਉਹ ਦਿਨ ਵੀ ਦੂਰ ਨਹੀਂ ਕਿ ਜੇਕਰ ਸਿੱਖਾਂ ਨੇ ਆਪਣੇ ਹੱਕ ਨਾ ਪਹਿਚਾਨੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹਾਲ ਹੈ ਉਹ ਅਕਾਲੀ ਪੱਤਰਕਾਰ ਦੇ ਵਾਂਗ ਹੋਏਗਾ, ਜਿਹੜੀ ਕਿ ਕੁਝ ਕੁ ਰੁਪਈਆਂ ਦੇ ਵਿੱਚ ਵਿਕਦੀ ਹੈ। ਇਸ ਦੇ ਨਾਲ ਹੀ ਮੈਨੂੰ ਹਰਦੀਪ ਕੌਰ ਵਿਰਕ ਨੂੰ ਤੇ ਮੇਰੇ ਨਾਲ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਚੜ੍ਹਦੀ ਕਲਾ ਟਾਈਮ TV ਚੈਨਲ, ਚੰਡੀਗੜ੍ਹ।